ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਮਨਪ੍ਰੀਤ ਰੰਧਾਵਾ, ਸੀਨੀਅਰ ਜਰਨਲਿਸਟ। ਮਨਪ੍ਰੀਤ ਜੀ, ਵੈਲਕਮ। ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਇਹ ਸਿਆਸਤ ਬੜੀ ਬੇਰਹਿਮ ਹੁੰਦੀ ਆ ਔਰ ਸਿਆਸਤਦਾਨ ਸੰਗ ਦਿਲ। ਸੁਖਬੀਰ ਸਿੰਘ ਬਾਦਲ ਨੂੰ ਗ੍ਰੇਸ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਸਮਾਨ ਤੋਂ ਜ਼ਮੀਨ ਤੇ ਪਟਕਤਾ। ਆਖੇ ਜਿਹੜੇ 5-7 ਤੁਹਾਡੇ ਦੁਆਲੇ ਦੁਆਲੇ ਫਿਰਦੇ ਨਾ ਜੀ ਸੁਖਬੀਰ ਜੀ, ਇਹ ਮਰਵਾਉਣਗੇ ਤੁਹਾਨੂੰ। ਮਰਵਾਉਣਗੇ ਕਾਹਦਾ? ਮਰਵਾਤਾ। ਕਹਿੰਦੇ ਇਹ 7 ਕੁ ਬੰਦੇ ਸਮਝਦੇ ਆ ਵੀ ਅਸੀਂ ਇਕੱਠੇ ਰਹੀਏ, ਸਰਕਾਰ ਬਣੇ ਨਾ ਬਣੇ। ਮਨਜਿੰਦਰ ਸਿੰਘ ਸਿਰਸਾ ਜਿਹੜੇ ਸਭ ਤੋਂ ਵੱਡੇ ਸਲਾਹਕਾਰ ਮੰਨੇ ਜਾਂਦੇ ਸੀ ਅਕਾਲੀ ਹਲਕਿਆਂ 'ਚ ਸੁਖਬੀਰ ਸਿੰਘ ਬਾਦਲ ਦੇ, ਅੱਜ ਸੁਖਬੀਰ ਸਿੰਘ ਬਾਦਲ ਨੂੰ ਕਹਿੰਦੇ ਮੈਂ ਬੜੀ ਗ੍ਰੇਸ ਨਾਲ ਬੇਨਤੀ ਕਰਨਾ ਚਾਹੁੰਦਾ ਸੁਖਬੀਰ ਜੀ, ਹੁਣ ਤੁਸੀਂ ਗੈਰ ਪ੍ਰਸੰਗਕ ਹੋ ਗਏ ਹੋ। ਸਿੱਖਾਂ ਦੇ ਮਸਲੇ ਹੱਲ ਕਰਾਉਣ ਦੀ ਸਮਰੱਥਾ ਅਕਾਲੀ ਦਲ 'ਚ ਨਹੀਂ ਗੀ ਰਹੀ। ਉਹ ਕਹਿੰਦੇ ਮੇਰੀ ਬਹੁਤ ਇੱਜ਼ਤ ਆ ਮੇਰੀ ਨਜ਼ਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੱਲ, ਮੇਰੀ ਕੋਈ ਔਕਾਤ ਹੀ ਨਹੀਂ, ਮੇਰੀ ਹੈਸੀਅਤ ਹੀ ਨਹੀਂ, ਮੈਂ ਕੁਝ ਕਹਿ ਹੀ ਨਹੀਂ ਸਕਦਾ। ਨਾਲ ਹੀ ਕਹਿੰਦੇ ਨੇ ਇਹ ਤਾਂ ਹੁਣ ਸਰਵਾਈਵਲ ਦੀ ਲੜਾਈ ਲੜਦੀ ਹੈ ਨਹੀਂ ਇਹਨਾਂ ਦੇ ਪੱਲੇ ਕੱਖ ਵੀ। ਕਹਿੰਦੇ ਜਿਹੜਾ ਇਹਨਾਂ ਗੱਠਜੋੜ ਕੀਤਾ ਹੈ, ਉਹ ਗੱਠਜੋੜ ਵਾਲੇ ਤਾਂ ਇਰਰੈਲੇਵੈਂਟ ਕਦੋਂ ਦੇ ਹੋ ਗਏ। ਹੁਣ ਅਕਾਲੀ ਦਲ 'ਚ ਸਮਰੱਥਾ ਨਹੀਂ ਰਹੀ, ਹਾਸ਼ੀਏ ਤੇ ਚਲੇ ਗਿਆ। ਸਿਆਸਤ ਦੇ ਵਿੱਚ ਇਹ ਵੀ ਦਿਨ ਵੇਖਣੇ ਪੈਂਦੇ ਨੇ ਜਦੋਂ ਕਹਿੰਦੇ ਸੀ ਸੁਖਬੀਰ ਸਿੰਘ ਬਾਦਲ ਦਾ ਸਿਰਸੇ ਤੋਂ ਬਿਨਾਂ ਸਰਦਾ ਹੀ ਨਹੀਂ, ਤੇ ਅੱਜ ਸਿਰਸਾ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਐਸਾ ਸ਼ੀਸ਼ਾ ਵਿਖਾਇਆ ਕਿ ਜਿਹੜੀ ਰਹਿੰਦੀ ਖੁੰਦੀ ਕਸਰ ਸੀ ਉਹ ਕੱਢ ਕੇ ਉਹ ਮਾਰੀ ਆ। ਸਿਆਸਤ ਦੇ ਵਿੱਚ ਇਹੋ ਜਿਹਾ ਵਾਰ ਬਹੁਤ ਸਟੀਕ ਹੁੰਦਾ ਹੈ, ਬਹੁਤ ਘੱਟ ਹਮਲਾਵਰ ਹੁੰਦੇ ਇਹੋ ਜਿਹੇ ਜਿਹੜੇ ਕਹਿੰਦੇ ਨਾ ਨਾ ਜੀ ਮੈਂ ਤਾਂ ਕਹਿ ਹੀ ਕੁਝ ਨਹੀਂ ਸਕਦਾ, ਔਰ ਮੈਂ ਤਾਂ ਬਹੁਤ ਉਹਨਾਂ ਦੇ ਨੇੜੇ ਰਿਹਾ ਜੀ, ਮੈਂ ਤਾਂ ਪ੍ਰਧਾਨ ਜੀ ਦੀ ਇੱਜ਼ਤ ਬਹੁਤ ਕਰਦਾ ਹਾਂ। ਲੇਕਿਨ ਪ੍ਰਧਾਨ ਜੀ ਦਾ ਚਿਹਰਾ ਵੇਖਣ ਵਾਲਾ ਹੋਊਗਾ ਜਦੋਂ ਉਹ ਸਮਝਦੇ ਹੋਣਗੇ ਕਿ ਯਾਰ ਮੇਰੇ ਸਲਾਹਕਾਰ ਮੇਰੇ ਨਾਲੋਂ ਵੱਡੇ ਹੋ ਗਏ, ਇਹਦਾ ਮਤਲਬ ਮੇਰੀ ਸਮਝ ਹੀ ਕੋਈ ਨਾ ਰਹੀ। ਇਹ ਬੜਾ ਵੱਡਾ ਹਮਲਾ ਹੈ। ਖੈਰ ਆਪਾਂ ਇਸ ਤੋਂ ਅੱਗੇ ਵੱਧਦੇ ਹਾਂ। ਉਹ ਕਿਹੜੇ 5-7 ਸਲਾਹਕਾਰ ਆ, ਮੈਂ ਕੋਸ਼ਿਸ਼ ਕਰੂੰਗਾ ਮਨਪ੍ਰੀਤ ਜੀ ਤੋਂ ਸਮਝਣ ਦੀ, ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਪਬਲਿਕ ਡੋਮੇਨ 'ਚ ਆ। ਉਹਨਾਂ ਦੇ ਆਲੇ ਦੁਆਲੇ 'ਚ ਕੌਣ ਰੋਜ਼ ਵਿਚਰਦੇ ਆ, ਉਹਨਾਂ ਨੂੰ ਆਇਡੈਂਟੀਫਾਈ ਕਰਨ ਦਾ ਯਤਨ ਕਰਾਂਗੇ। ਇਹ ਕਿਹੜੇ ਸਿਰਸੇ ਨਾਲ ਨਾਰਾਜ਼ ਨੇ ਜਾਂ ਕਿੰਨਾ ਨੂੰ ਸਿਰਸੇ ਨੇ ਤੰਗ ਕੀਤਾ ਜਾਂ ਸਿਰਸੇ ਨੂੰ ਤੰਗ ਕੀਤਾ ਗਿਆ, ਦੇਖਦੇ ਆ। ਲੇਕਿਨ ਮੈਂ ਸਥਿਤੀਆਂ ਦਾ ਵਿਅੰਗ ਆ ਰਾਜਨੀਤੀ ਦਾ। ਅੱਜ ਸ਼ਿਵ ਸੈਨਾ ਕਾਂਗਰਸ ਲਈ ਬੈਟਿੰਗ ਕਰਦੀ ਆ ਬਈ, ਕਮਾਲ ਹੋ ਗਈ। ਔਰ ਅੱਜ ਕਾਂਗਰਸ ਆਪਣੀ ਕਦੇ ਪੁਰਾਣੀ ਭਾਈਵਾਲ ਮਮਤਾ ਬੈਨਰਜੀ ਦੀ ਪਾਰਟੀ ਨੂੰ ਲੀਓ ਲਾਉਣ ਨੂੰ ਫਿਰਦੀ ਹੈ। ਇਹ ਵੀ ਸਿਆਸਤ ਆ। ਅੱਜ ਦੇ ਦਿਨ ਜੇਕਰ ਤੁਸੀਂ ਮਨੋਦ ਦੁਆ ਜੀ ਨੂੰ ਯਾਦ ਨਹੀਂ ਕਰੋਗੇ, ਜਿਹੜੇ ਫੌਤ ਹੋ ਗਏ, ਜਿਹੜੇ ਜੂਝੇ, ਜਿਨ੍ਹਾਂ ਜ਼ਿੰਦਗੀ ਜੀਵੀ, ਜਿਨ੍ਹਾਂ ਨੇ ਬਹੁਤ ਸਾਰੇ ਰੰਗ ਮਾਣੇ ਤੇ ਤੁਹਾਨੂੰ ਦਿਖਾਏ, ਅੱਜ ਉਹ ਸਾਡੇ 'ਚ ਨਹੀਂ। ਇੱਕ ਵੱਡਾ ਖਲਾ ਪੈਦਾ ਹੋਇਆ ਮਨੋਦ ਦੁਆ ਨਾਲ। ਅੱਗੇ ਇੱਕ ਪਲ ਵਧਾ ਤਾਂ ਜਦੋਂ ਅਮਿਤ ਸ਼ਾਹ ਕਹਿ ਰਿਹਾ ਕਿ ਢੀਂਡਸਿਆਂ ਨਾਲ ਔਰ ਕੈਪਟਨ ਨਾਲ ਗੱਲ ਚੱਲਦੀ ਆ, ਭਾਜਪਾ ਦੀ ਪੰਜਾਬ ਦੇ ਵਿੱਚ ਰਾਜਨੀਤੀ, ਤੇ ਇਸ ਰਾਜਨੀਤੀ ਨੂੰ ਉੱਤਰਾਖੰਡ ਦੇ ਵਿੱਚ ਮੋਦੀ ਸਾਹਿਬ ਦੇ ਜੇ ਭਾਸ਼ਣਾਂ ਨਾਲ ਜੋੜ ਕੇ ਦੇਖੀਏ ਤਾਂ ਨਰਿੰਦਰ ਮੋਦੀ 18,000 ਕਰੋੜ ਦੇ ਦਾਅਵਿਆਂ ਦੇ ਦੌਰਾਨ ਜਦੋਂ ਮੈਨੂੰ 3 ਲੱਖ ਕਰੋੜ ਦਾ ਪੰਜਾਬ ਦਾ ਕਰਜ਼ਾ ਦਿਸਦਾ ਤਾਂ ਮੈਂ ਬੀਜੇਪੀ ਨੂੰ ਉਸ ਨਜ਼ਰੀਓਂ ਵੀ ਵੇਖਣ ਦੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਉੱਥੇ ਸਾਡੇ ਸੁਖਬੀਰ ਸਿੰਘ ਸੰਧੂ ਚੀਫ ਸੈਕਟਰੀ ਵਜੋਂ ਬੈਠੇ ਸੀ, ਖੌਰੇ ਕੰਨ 'ਚ ਕਹਿ ਹੀ ਆਏ ਹੋਣ ਕਿ ਪ੍ਰਧਾਨ ਮੰਤਰੀ ਜੀ ਇਲੈਕਸ਼ਨ ਪੰਜਾਬ 'ਚ ਵੀ ਆ, ਜਦੋਂ ਉੱਧਰ ਜਾਓਗੇ ਕਿੰਨੇ ਕੁ ਹਜ਼ਾਰ ਕਰੋੜ ਦਿਓਗੇ, ਕਿਉਂਕਿ ਪੰਜਾਬ ਮਰਦਾ ਪਿਆ, ਪੰਜਾਬ ਲੜਦਾ ਰਿਹਾ। ਖੈਰ ਮੈਨੂੰ ਆਪਾਂ ਸਾਰੀਆਂ ਸਿਆਸਤਾਂ ਬਾਅਦ 'ਚ ਕਰਦੇ, ਪਹਿਲੋਂ ਮੈਨੂੰ ਸਿਰਸਾ ਸਾਹਿਬ ਦੀ ਜਿਹੜੀ ਗ੍ਰੇਸਫੁਲੀ ਸੁਖਬੀਰ ਨੂੰ ਦਿੱਤੀ ਸਲਾਹ ਕਾਹਦੀ ਐ ਧੋਬੀ ਪਟਕਾ ਮਾਰਿਆ, ਇਹਦੇ ਤੇ ਦੱਸਿਓ ਗੱਲ। ਰੰਧਾਵਾ ਜੀ, ਤੁਹਾਨੂੰ ਪਤਾ ਹੀ ਹੈ ਕਿ ਜਦੋਂ ਮਨਜਿੰਦਰ ਸਿੰਘ ਸਿਰਸਾ ਅਚਾਨਕ ਚਲੇ ਗਏ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਇਸ ਤੇ ਟਿੱਪਣੀ ਕੀ ਦੇਣੀ ਹੈ, ਲੋਕਾਂ ਨੂੰ ਐਕਸਪਲੇਨ ਕਿਵੇਂ ਕਰਨਾ। ਤੇ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਤਾਂ ਬਾਂਹ ਮਰੋੜ ਕੇ ਲੈ ਗਏ ਜੀ, ਇਹ ਤਾਂ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਦੇ ਪ੍ਰੈਸ਼ਰ ਥੱਲੇ ਆ ਗਏ, ਇਸ ਕਰਕੇ ਇਹਨਾਂ ਨੂੰ ਭਾਜਪਾ ਲੈ ਗਈ। ਤੇ ਭਾਜਪਾ ਸਾਡੀ ਪਾਰਟੀ ਨੂੰ ਪੰਜਾਬ ਦੇ ਵਿੱਚ ਤੋੜਨ ਦੀ ਕੋਸ਼ਿਸ਼ ਕਰ ਰਹੀ ਆ, ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਪਰ ਅਸੀਂ ਖਤਮ ਹੋਣ ਵਾਲੇ ਨਹੀਂ। ਇਸ ਤਰ੍ਹਾਂ ਦੀਆਂ ਟਿੱਪਣੀਆਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਆਉਂਦੀਆਂ, ਚਾਹੇ ਉਹ ਸੁਖਬੀਰ ਸਿੰਘ ਬਾਦਲ ਹੋਣ ਤੇ ਚਾਹੇ ਉਹ ਡਾਕਟਰ ਦਲਜੀਤ ਸਿੰਘ ਚੀਮਾ, ਤਮਾਮ ਤਰ੍ਹਾਂ ਦੇ ਜਿਹੜੇ ਨੇਤਾ ਨੇ ਇਹਨਾਂ ਦੇ, ਉਹ ਇਸ ਤਰ੍ਹਾਂ ਦੇ ਬਿਆਨਬਾਜ਼ੀਆਂ ਕਰਦੇ ਨੇ। ਮਨਜਿੰਦਰ ਸਿੰਘ ਸਿਰਸਾ ਜਿਹੜੀ ਤੁਸੀਂ ਗੱਲ ਕੀਤੀ ਹੈ, ਪਹਿਲੀ ਵਾਰੀ ਉਹਨਾਂ ਨੇ ਇਸ ਤੇ ਆਪਣਾ ਰਿਸਪੌਂਸ, ਆਪਣਾ ਰਿਐਕਸ਼ਨ ਉਹਨਾਂ ਨੇ ਦਿੱਤਾ ਤੇ ਵਾਕਿਆ ਤੁਹਾਡੀ ਗੱਲ ਠੀਕ ਆ। ਉਹ ਕਹਿੰਦੇ ਜ਼ੋਰ ਕਾ ਝਟਕਾ ਧੀਰੇ ਸੇ ਲੱਗੇ, ਜਿਵੇਂ ਕਹਿਣ ਵਾਲੀ ਗੱਲ ਹੁੰਦੀ ਆ, ਉਹ ਏਦਾਂ ਦੀ ਗੱਲ ਉਹਨਾਂ ਨੇ ਕੀਤੀ ਆ। ਉਹ ਕਹਿੰਦੇ ਜੀ ਮੈਂ ਤਾਂ ਬੜਾ ਇਹਨਾਂ ਦੇ ਨਾਲ ਰਿਹਾ, ਲੇਕਿਨ ਜਿਹੜੀ ਸਿਆਸਤ ਆ ਇਹਨਾਂ ਦੀ, ਜਿਹੜੇ 5-7 ਬੰਦਿਆਂ ਨੇ ਘੇਰਿਆ ਹੋਇਆ ਖਾਸ ਤੌਰ ਤੇ, ਦੇਖੋ ਰੰਧਾਵਾ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਹਰੇਕ ਜਿਹੜਾ ਕੋਈ ਮੁੱਖ ਮੰਤਰੀ ਦਾ ਦਾਅਵੇਦਾਰ ਹੋਵੇ ਜਾਂ ਕਿਸੇ ਪਾਰਟੀ ਦਾ ਪ੍ਰਧਾਨ ਹੋਵੇ, ਉਹ ਅਕਸਰ ਆਪਣੇ ਕੁਝ ਖਾਸ ਵਿਅਕਤੀਆਂ ਨਾਲ ਘਿਰਿਆ ਰਹਿੰਦਾ। ਉਹਨੂੰ ਲੱਗਦਾ ਕਿ ਮੈਂ ਉਹਨਾਂ ਦੇ ਵਿੱਚ ਬੜਾ ਮਹਿਫੂਜ਼ ਆ,
ਉਹਨਾਂ ਦੇ ਵਿੱਚ ਬਹੁਤ ਸਿਕਿਉਰ ਆ, ਤੇ ਜਿਹੜੀ ਵੀ ਉਹ ਸਲਾਹ ਮੈਨੂੰ ਦਿੰਦੇ ਉਹ ਮੇਰੇ ਭਲੇ ਦੀ ਦਿੰਦੇ ਆ, ਪਾਰਟੀ ਦੀ ਭਲੇ ਲਈ ਦਿੰਦੇ ਆ। ਅਕਸਰ ਇਹਨਾਂ ਗੱਲਾਂ ਦੇ ਵਿੱਚ ਕਈ ਵਾਰੀ ਗਵਾਚ ਕੇ ਕਈ ਮੁੱਖ ਮੰਤਰੀ, ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਕਸਰ ਕਹਿੰਦੇ ਸੀ ਕਿ ਉਹ ਆਪਣੀ ਇੱਕ ਕੋਟਰੀ ਦੇ ਵਿੱਚ ਰਹਿੰਦੇ ਆ, ਉਸ ਤੋਂ ਬਾਹਰ ਨਹੀਂ ਆਉਂਦੇ। ਤੇ ਜਿਹੜੇ ਇਹ ਲੋਕ ਵਿਅਕਤੀ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਹਿੰਦੇ ਆ, ਸਿਆਸਤਦਾਨ ਹੁੰਦੇ ਆ, ਵੱਡੇ ਵੱਡੇ ਅਹੁਦੇ ਗ੍ਰਹਿਣ ਕਰਦੇ ਆ, ਤੇ ਇਹ ਵੀ ਘਿਰ ਜਾਂਦੇ ਨੇ। ਦੇਖੋ, ਜਿੱਥੇ ਤੱਕ ਗੱਲ ਆ, ਪਹਿਲੀ ਗੱਲ ਤਾਂ ਜਿਹੜੇ ਸੁਖਬੀਰ ਸਿੰਘ ਬਾਦਲ ਆ, ਉਹ ਆਪਣੇ ਪਰਿਵਾਰ ਨਾਲ ਤਾਂ ਘਿਰੇ ਹੀ ਹੋਏ ਆ, ਚਾਹੇ ਉਹ ਹਰਸਿਮਰਤ ਕੌਰ ਬਾਦਲ ਹੋਣ, ਚਾਹੇ ਉਹ ਬਿਕਰਮ ਸਿੰਘ ਮਜੀਠੀਆ ਹੋਣ। ਇਹ ਵੱਖਰੀ ਗੱਲ ਆ ਕਿ ਉਹਨਾਂ ਦੀ ਇੰਨੀ ਜਿਹੜੀ ਆ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਣਾ ਨਾਲ ਨਹੀਂ ਬਣਦੀ। ਦੂਸਰੇ ਪਾਸੇ ਉਹਨਾਂ ਦੇ ਚਾਹੇ ਡਾਕਟਰ ਦਲਜੀਤ ਸਿੰਘ ਚੀਮਾ ਹੋਣ, ਚਾਹੇ ਮਹੇਸ਼ ਇੰਦਰ ਸਿੰਘ ਗਰੇਵਾਲ ਹੋਣ, ਕਿਸੇ ਟਾਈਮ ਉਹ ਪੋਲੀਟੀਕਲ ਐਡਵਾਈਜ਼ਰ ਵੀ ਰਿਹਾ, ਤੇ ਫਿਰ ਜਿਹੜੇ ਮੀਡੀਆ ਐਡਵਾਈਜ਼ਰ ਆ ਪ੍ਰਕਾਸ਼ ਸਿੰਘ ਬਾਦਲ ਹੋਣਾ ਦੇ ਬੜੇ ਲੰਮੇ ਸਮੇਂ ਤੋਂ, ਚਾਹੇ ਹਰਚੰਦ ਸਿੰਘ ਬੈਂਸ ਹੋਣ, ਤੇ ਜਿਨ੍ਹਾਂ ਨੂੰ ਜੰਗਵੀਰ ਸਿੰਘ ਹੋਣਾ ਨੂੰ ਲੈ ਕੇ ਆਂਦਾ ਸੁਖਬੀਰ ਸਿੰਘ ਬਾਦਲ, ਇਹ ਤਮਾਮ ਤਰ੍ਹਾਂ ਦੇ ਲੋਕ ਉਹਨਾਂ ਦੇ ਨਾਲ ਰਹੇ ਆ। ਇੱਥੋਂ ਤੱਕ ਕਿ ਇੱਕ ਜਿਹੜੇ ਪੁਰਾਣੇ ਪੱਤਰਕਾਰ ਨੇ ਰਾਜੇਦੀਪ ਹੋਣੀ, ਉਹ ਵੀ ਉਹਨਾਂ ਦੇ ਨਾਲ ਰਹਿੰਦੇ ਆ। ਉਹ ਤਮਾਮ ਤਰ੍ਹਾਂ ਦੇ ਲੋਕ ਆ। ਕਹਿਣ ਦਾ ਮਤਲਬ ਆ ਕਿ ਇਹ ਲੋਕ ਉਹਨਾਂ ਨੂੰ ਸਲਾਹ ਵੀ ਦਿੰਦੇ ਆ। ਤੇ ਜਿਹੜੀ ਤੁਸੀਂ ਗੱਲ ਇੱਕ ਹੋਰ ਬੜੀ ਅਹਿਮ ਗੱਲ ਕਹੀ ਹੈ ਕਿ ਮਨਜਿੰਦਰ ਸਿੰਘ ਸਿਰਸਾ ਵੀ ਤਾਂ ਖੁਦ ਸਲਾਹ ਕਰ ਰਹੇ ਆ। ਬਿਲਕੁਲ ਇਹਨਾਂ ਬਿਲਕੁਲ ਸਾਰਿਆਂ ਦੀ ਸਲਾਹ ਦੇ ਬਾਵਜੂਦ ਅਕਾਲੀ ਦਲ ਨੂੰ ਇਹ ਲੱਗ ਰਿਹਾ, ਉਹਨਾਂ ਨੂੰ ਭਲੀ ਭਾਂਤੀ ਪਤਾ, ਉਹ ਹਾਲਾਂਕਿ ਇਸ ਗੱਲ ਨੂੰ ਮੰਨਣ ਨਾ ਮੰਨਣੋਂ ਵੱਖਰੀ ਗੱਲ ਆ, ਕਿ ਜ਼ਮੀਨ ਤੇ ਉਹਨਾਂ ਦੀ ਗੱਲ ਨਹੀਂ ਬਣ ਰਹੀ। ਜਿਸ ਤਰ੍ਹਾਂ ਦੀ ਉਹਨਾਂ ਨੂੰ ਸਪੋਰਟ ਦੀ, ਜਿਸ ਤਰ੍ਹਾਂ ਦੀ ਸਮਰਥਨ ਦੀ ਉਹਨਾਂ ਨੂੰ ਆਸ ਸੀ ਕਿ 5 ਸਾਲਾਂ ਦੌਰਾਨ ਜੇ ਕਾਂਗਰਸ ਨੇ ਕੁਝ ਨਹੀਂ ਕੀਤਾ ਤੇ ਉਹਨਾਂ ਨੂੰ ਆਪਣੇ ਆਪ ਹੀ ਸਮਰਥਨ ਮਿਲ ਜਾਣਾ, ਉਹ ਮਿਲ ਨਹੀਂ ਰਿਹਾ। ਤੇ ਜਦੋਂ ਮਨਜਿੰਦਰ ਸਿੰਘ ਸਿਰਸਾ ਇਹ ਕਹਿੰਦੇ ਨੇ ਕਿ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਉਹ ਸਿੱਖ ਮਸਲਿਆਂ ਨੂੰ ਹੱਲ ਕਰਨ ਦੇ ਵਿੱਚ ਬਿਲਕੁਲ ਅਸਫਲ ਆ, ਨਾ ਕਾਮਯਾਬ ਆ, ਤੇ ਇਹਦੇ ਬੜੇ ਡੂੰਘੇ ਮਾਇਨੇ ਨੇ। ਇਹਦੇ ਡੂੰਘੇ ਮਤਲਬ ਇਸ ਕਰਕੇ ਨੇ ਰੰਧਾਵਾ ਜੀ, ਕਿਉਂਕਿ ਇਹਦੇ ਵਿੱਚ ਹੀ ਬੇਅਦਬੀ ਦੇ ਮਾਮਲੇ ਵੀ ਆਉਂਦੇ ਆ, ਇਹਦੇ ਵਿੱਚ ਗੋਲੀकांड ਦੇ ਮਾਮਲੇ ਵੀ ਆਉਂਦੇ ਆ, ਤੇ ਇਹਦੇ ਵਿੱਚ ਨਸ਼ਿਆਂ ਦੇ ਮਾਮਲੇ ਵੀ ਆਉਂਦੇ ਆ, ਤਮਾਮ ਉਹ ਮਾਮਲੇ ਆਉਂਦੇ ਆ। ਇਹ ਠੀਕ ਆ ਕਿ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਜਿਹੜੀ ਸਰਕਾਰ ਆ ਉਹ ਸੱਤਾ ਦੇ ਵਿੱਚ ਬੈਠੀ ਹੋਈ ਆ, ਤੇ ਉਹੀ ਇਸ ਸੂਬੇ ਨੂੰ ਚਲਾ ਰਹੀ ਆ। ਲੇਕਿਨ ਜਦੋਂ ਕਾਂਗਰਸ ਦੀ ਵਾਰੀ ਆਊਗੀ ਤੇ ਉਹਨਾਂ ਨੂੰ ਲੋਕੀ ਸਵਾਲ ਪੁੱਛਣਗੇ। ਪਰ ਹੁਣ ਗੱਲ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦੀ। ਜਦੋਂ ਤੁਸੀਂ 10 ਸਾਲ ਰਹਿੰਦੇ ਹੋ ਤੇ ਤੁਸੀਂ ਉਹ ਮਸਲਿਆਂ ਨੂੰ ਹੱਲ ਨਹੀਂ ਕਰ ਪਾਉਂਦੇ, ਤੇ ਹੁਣ ਦਾਅਵੇ ਇਹ ਕਰਦੇ ਹੋ ਕਿ ਅਸੀਂ ਆ ਕੇ ਹੱਲ ਕਰ ਦਾਂਗੇ। ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਪਾਵਰ ਦੇ ਜਿਹੜੇ ਸੈਂਟਰ ਆ, ਕਈ ਧੁਰੇ ਬਣੇ ਹੋਏ ਆ। ਹਰ ਕੋਈ, ਉਹ ਅੱਜ ਵੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਹਨਾਂ ਦੇ ਸਰਪ੍ਰਸਤ ਨੇ, ਇੱਕ ਉਹ ਧੁਰਾ ਵੀ ਆ, ਜਿੱਥੇ ਜਾ ਕੇ ਕੱਲ ਓਮ ਪ੍ਰਕਾਸ਼ ਚੌਟਾਲਾ ਉਹਨਾਂ ਨੂੰ ਦੀਵਾਲੀ ਤੋਂ ਬਾਅਦ ਜੇ ਦੇਖੀਏ ਲਗਭਗ ਤੀਜੀ ਵਾਰੀ ਮਿਲਦੇ ਆ, ਤੇ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਉਹ ਦੁਬਾਰਾ ਰੈਲੇਵੈਂਟ ਹੋ ਜਾਣ, ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਪ੍ਰਸੰਗਿਕ ਹੋ ਜਾਣ। ਜਿਵੇਂ ਇਹਨਾਂ ਨੇ ਤਾਂ ਕਹਿ ਹੀ ਦਿੱਤਾ ਮਨਜਿੰਦਰ ਸਿੰਘ ਸਿਰਸਾ ਹੁਣ ਕਿ ਗੈਰ ਪ੍ਰਸੰਗਿਕ ਹੋ ਗਏ ਆ। ਸੋ ਕਹਿਣ ਦਾ ਮਤਲਬ ਉਹ ਹੁਣ, ਤੇ ਚਾਹੇ ਫਿਰ ਸੁਖਬੀਰ ਸਿੰਘ ਬਾਦਲ ਦਾ ਆਪਣਾ ਧੁਰਾ ਹੋਵੇ, ਬਿਕਰਮ ਸਿੰਘ ਮਜੀਠੀਆ ਦਾ ਮਾਝੇ ਦੇ ਵਿੱਚ ਧੁਰਾ ਹੋਵੇ, ਹਰ ਇੱਕ ਦੇ ਆਪਣੇ ਆਪਣੇ ਧੁਰੇ ਆ। ਤੇ ਇਹੀ ਜਿਹੜੇ ਵਿਅਕਤੀ ਆ ਜਿਹੜੇ ਨੇੜੇ ਰਹਿੰਦੇ ਆ, ਇਹ ਇੱਕ ਦੂਸਰੇ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹੋਏ ਆ। ਤੇ ਇਹ ਵੀ ਇਹਨਾਂ ਨੂੰ ਲੱਗਦਾ ਕਿ ਕੱਲ ਨੂੰ ਜੇ ਕਿਤੇ ਹਾਰ ਗਏ ਤੇ ਗਾਜ ਕਿਸ ਤੇ ਡਿੱਗਣੀ ਆ, ਹਾਰ ਦਾ ਜਿਹੜਾ ਠੀਕਰਾ ਉਹ ਕਿਹਦੇ ਸਿਰ ਤੇ ਡਿੱਗਣਾ ਜਾਂ ਫੋੜਿਆ ਜਾਣਾ ਜਾਂ ਟੁੱਟਣਾ, ਇਸ ਦੀ ਵੀ ਚਿੰਤਾ। ਸੋ ਇੱਕ ਦੂਸਰੇ ਤੇ ਦੂਸ਼ਣ, ਇੱਕ ਦੂਸਰੇ ਨੂੰ ਅੰਦਰੋਂ ਅੰਦਰੀ ਇਹ ਦੋਸ਼ ਲਾ ਰਹੇ ਆ। ਲੇਕਿਨ ਮਨਜਿੰਦਰ ਸਿੰਘ ਸਿਰਸਾ ਨੇ ਬਿਲਕੁਲ ਉਹ ਜਿਹੜੇ ਸਾਹਮਣੇ ਸਥਿਤੀ ਲਿਆ ਕੇ ਇਹਨਾਂ ਦੇ ਖੜੀ ਕਰ ਦਿੱਤੀ ਆ ਕਿ ਭਾਈ ਤੁਸੀਂ ਉਨੇ ਹੀ ਜ਼ਿੰਮੇਵਾਰ ਹੋ। ਜੇ ਲੀਡਰ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਸਰਕਾਰੀ ਦਰਬਾਰੇ ਹੋ ਕੀ ਰਿਹਾ, ਤੇ ਜਿਹੜੇ ਉਹਨਾਂ ਦੇ ਲਾਗਲੇ ਬੰਦੇ ਆ ਉਹਨਾਂ ਨੂੰ ਕਹਿ ਕੀ ਰਹੇ ਆ, ਤੇ ਫਿਰ ਮੈਨੂੰ ਲੱਗਦਾ ਉਹਨਾਂ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਵੀ ਲੋੜ ਆ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਜੇਕਰ ਸਥਿਤੀ ਨੂੰ ਦੂਜੇ ਬੰਨਿਓਂ ਦੇਖੀਏ, ਕਈ ਵਾਰੀ ਗੈਰ ਰਸਮੀ ਗੱਲਾਂ ਬਾਤਾਂ ਦੇ ਵਿੱਚ ਅਕਾਲੀ ਦਲ ਦੇ ਸਿਖਰਲੇ ਆਗੂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ ਦੀ ਯੂਨੀਵਰਸਿਟੀ ਕਹਿੰਦੇ, ਔਰ ਇਹ ਟਿੱਪਣੀ ਬੜੀ ਸਟੀਕ ਰਹੂਗੀ ਕਿ ਜੇਕਰ ਉਹ ਯੂਨੀਵਰਸਿਟੀ ਨੇ ਤਾਂ ਕੁਝ ਤਾਂ ਸਿੱਖ ਲੈਂਦੇ ਭਾਈ ਤੁਸੀਂ ਸਾਰੇ ਰਲ ਮਿਲ ਕੇ। ਪ੍ਰਕਾਸ਼ ਸਿੰਘ ਬਾਦਲ ਤੇ ਦਿਵਾਲੇ ਪੱਕੇ ਤੌਰ ਤੇ ਕਦੇ ਵੀ ਉਹਨਾਂ ਦੇ ਪੀਏ ਤੋਂ ਇਲਾਵਾ ਕੋਈ ਨਹੀਂ ਸੀ ਹੁੰਦਾ। ਜੇ ਆਪਾਂ ਜਿੰਨੀ ਕੁ ਸਾਡੀ ਉਮਰ ਆ, ਪਿਛਲੇ 20-25 ਸਾਲਾਂ ਦੇ ਵਿੱਚ ਜੋ ਅਸੀਂ ਦੇਖਿਆ, ਉਹਦੇ ਵਿੱਚ ਮੇਰੇ ਖਿਆਲ ਜੇ 25 ਤੋਂ ਵੱਧ ਸਾਲ ਵੀ ਲਾ ਲਓ, ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪੂਰੇ ਪੰਜਾਬ 'ਚ ਵਿਚਰਦਿਆਂ ਕੋਈ ਢਾਣੀ ਨਹੀਂ ਸੀ ਹੁੰਦੀ। ਲੇਕਿਨ ਜਦੋਂ ਕਿਤੇ ਲੋੜ ਪੈਂਦੀ ਸੀ ਤੇ ਉਹਨਾਂ ਦੇ ਆਲੇ ਦੁਆਲੇ 8-10 ਵੱਡੇ ਅਕਾਲੀ ਲੀਡਰ, ਜਿਨ੍ਹਾਂ ਦੇ ਬਹਿਣ ਦਾ ਵੈਸੇ ਹੀ ਬੜਾ ਇੱਕ ਭਰਮ ਸਿਰਜਿਆ ਜਾਂਦਾ ਸੀ ਕਿ ਬੜੀ ਵੱਡੀ ਜਮਾਤ ਹੈ, ਪਾਰਟੀ ਹੈ। ਹੁਣ ਅੱਜ ਦੇ ਦਿਨ ਦੇ ਵਿੱਚ ਜੇ ਤੁਸੀਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਕਿ ਸੱਚਮੁੱਚ ਇਹ ਸਾਰਿਆਂ ਦੇ ਨਾਲ 2 IAS ਅਫਸਰਾਂ ਦਾ ਜ਼ਿਕਰ ਵੀ ਚੱਲਦਾ ਰਿਹਾ ਜਿਹੜੇ ਸਲਾਹਕਾਰ ਨੇ,
ਰੋਜ਼ੀ ਬਰਕੰਦੀ ਜੀ ਦਾ ਜ਼ਿਕਰ ਚੱਲਦਾ ਹੈ, ਬੰਟੀ ਰਮਾਣਾ ਜੀ ਦਾ ਚੱਲਦਾ ਹੈ, ਉਹਨਾਂ ਦੇ ਆਲੇ ਦੁਆਲੇ ਚ ਵਿਚਰਨ ਵਾਲੇ ਬੜੇ ਸਾਰੇ ਲੋਕ ਆ। ਹੁਣ ਮਨਜਿੰਦਰ ਸਿੰਘ ਸਿਰਸਾ ਕਿਹਨਾਂ ਨੂੰ ਕੇਂਦਰ ਚ ਰੱਖ ਰਹੇ ਆ, ਕਿਹਨਾਂ ਦੀ ਸਲਾਹ ਸੁਖਬੀਰ ਸਿੰਘ ਮੰਨਦੇ ਆ? ਸੁਖਬੀਰ ਸਿੰਘ ਬਾਦਲ ਤੋਂ ਵੱਧ ਕੌਣ ਜਾਣਦਾ ਹੋਊਗਾ ਕਿ ਉਹਨਾਂ ਨੂੰ ਪਿਛਲੇ ਦਿਨਾਂ 'ਚ ਸਭ ਤੋਂ ਵੱਧ ਸਲਾਹ ਕਿਹਨੇ ਦਿੱਤੀ? ਬਹੁਤ ਸਾਰੇ ਮੌਕਿਆਂ ਤੇ ਬਹੁਤ ਕਾਹਲੀ ਦੇ ਵਿੱਚ ਪ੍ਰਤੀਕਰਮ ਦਿੱਤੇ ਅਕਾਲੀ ਦਲ ਨੇ, ਬਹੁਤ ਕਾਹਲੀ ਦੇ ਵਿੱਚ ਫੈਸਲੇ ਲਏ ਜਿਨ੍ਹਾਂ ਤੋਂ ਪਿਛਾਂਹ ਮੁੜਨਾ ਪਿਆ। ਜੇ ਸੁਖਬੀਰ ਸਿੰਘ ਬਾਦਲ ਇਸ ਵਾਰੀ ਸੱਤਾ ਦੇ ਵਿੱਚ ਅਕਾਲੀ ਦਲ ਨੂੰ ਨਹੀਂ ਲਿਆ ਪਾਉਂਦੇ ਤਾਂ ਇਹ ਬੜੀ ਵੱਡੀ ਗੱਲ ਹੋਊਗੀ ਕਿ ਮੁੜ ਕੇ ਅਕਾਲੀ ਦਲ ਨੂੰ ਇਸ ਸਰੂਪ 'ਚ ਬਾਦਲ ਕਿਆਂ ਦੀ ਲੀਡਰਸ਼ਿਪ ਥੱਲੇ ਸਾਂਭਣਾ ਬੜਾ ਔਖਾ ਹੋਊਗਾ। ਇਹ ਟੁੱਟ ਭੱਜ ਬੜੀ ਵੱਡੀ ਹੋਣ ਵਾਲੀ ਹੈ। ਕੀ ਅਕਾਲੀ ਦਲ ਕਿਸੇ ਹੋਰ ਕੇਂਦਰ ਦੇ ਦੁਆਲੇ ਘੁੰਮ ਜਾਊਗਾ? ਕੀ ਅਕਾਲੀ ਦਲ ਮੁੜ ਕੇ ਇੱਕ ਵਾਰੀ ਕਿਸੇ ਹੋਰ ਲੀਡਰਸ਼ਿਪ ਦੇ ਥੱਲੇ ਵਿਗਸ ਸਕੇਗਾ? ਮੈਂ ਤਾਂ ਕਹਿ ਰਿਹਾ ਕਿ ਖੇਤਰੀ ਪਾਰਟੀ ਹੈ, ਸਿੱਖਾਂ ਦੀ ਪਾਰਟੀ ਹੈ, ਪੰਜਾਬ ਦੀ ਨੁਮਾਇੰਦਾ ਜਮਾਤ ਆ, ਜਿਹਨੂੰ ਸਿਰਸਾ ਕਹਿੰਦੇ ਆ, ਕਿ ਇਹ ਤਾਂ ਅਕਾਲੀ ਦਲ ਤਾਂ ਪੰਜਾਬ ਤੱਕ ਸੀਮਤ ਆ। ਜਿਸ ਜਹਾਜ਼ ਤੇ ਚੜ੍ਹ ਕੇ ਮਨਜਿੰਦਰ ਸਿੰਘ ਸਿਰਸਾ ਸਿਆਸਤ ਵਿੱਚ ਨਾਮਵਰ ਬਣਦੇ ਆ, ਦੇਖੋ ਬੜੀ ਵੱਡੀ ਗੱਲ ਆ, ਇਹਨੂੰ ਸਮਝਣ ਦੀ ਲੋੜ ਆ। ਉਹ ਕਹਿੰਦੇ ਆ ਕਿ ਅਕਾਲੀ ਦਲ ਪੰਜਾਬ ਦੀ ਲੜਾਈ ਲੜਦਾ ਹੈ, ਪੰਜਾਬ ਤੋਂ ਬਾਹਰਲਿਆਂ ਨਾਲੇ ਦਾ ਕੀ ਲੈਣ ਦੇਣੇ, ਬਾਹਰਲਿਆਂ ਨੂੰ ਆਜ਼ਾਦੀ ਦੇਵੇ। ਹੁਣ ਜੇਕਰ ਮਨਜਿੰਦਰ ਸਿੰਘ ਸਿਰਸਾ ਨੂੰ ਸੁਖਬੀਰ ਸਿੰਘ ਬਾਦਲ ਸਰਪ੍ਰਸਤੀ ਨਾ ਦਿੰਦੇ ਤਾਂ ਮੈਨੂੰ ਦੱਸੋ ਕਿ ਅਵਤਾਰ ਸਿੰਘ ਹਿੱਤ ਦੇ ਹੁੰਦਿਆਂ, ਸਰਨਿਆਂ ਦੇ ਹੁੰਦਿਆਂ, ਜੀਕੇ ਦੇ ਹੁੰਦਿਆਂ ਸਿਰਸੇ ਦੀ ਸਿਆਸਤ ਕਿੱਥੇ ਖੜੀ ਸੀ? ਇਹਦਾ ਮਤਲਬ ਹੈ ਕਿ ਜੇ ਸਿਰਸਾ ਅੱਜ ਭਾਜਪਾ ਦੀ ਅੱਖ ਦਾ ਤਾਰਾ ਨੇ ਤੇ ਉਹਨਾਂ ਨੂੰ ਜਿਹੜਾ ਪਲੇਟਫਾਰਮ ਸੁਖਬੀਰ ਸਿੰਘ ਬਾਦਲ ਤੇ ਮਜੀਠੀਆ ਪਰਿਵਾਰ ਨੇ ਦਿੱਤਾ, ਇਹ ਉੱਥੋਂ ਨਿਕਲ ਕੇ ਆਉਂਦਾ। ਹੁਣ ਇਹ ਬਹੁਤ ਦਿਲਚਸਪ ਹੋਊਗਾ ਕਿ ਜਦੋਂ ਮਨਜਿੰਦਰ ਸਿੰਘ ਸਿਰਸਾ ਜਿਸ ਲਹਿਰ ਚੋਂ, ਜਿਸ ਵੇਗ ਚੋਂ, ਜਿਸ ਜਗ੍ਹਾ ਤੋਂ ਆ ਕੇ ਅਸਮਾਨ ਬਣਾ ਜਾਂਦੇ ਆਪਣੇ ਹਸਤੀ ਦਾ, ਤੇ ਹੁਣ ਉਹ ਜਿੰਨਾ ਰਾਮਾ ਥਾਣੀ ਆਏ ਆ ਉਹਨਾਂ ਨੂੰ ਮੇਟ ਦੇਣਾ ਚਾਹੁੰਦੇ ਆ। ਇਹ ਸੁਖਬੀਰ ਸਿੰਘ ਬਾਦਲ ਦੀ ਸਭ ਤੋਂ ਵੱਡੀ ਅਸਫਲਤਾ ਹੈ ਕਿ ਉਹ ਕਿਸ ਤਰ੍ਹਾਂ ਦੇ ਲੋਕਾਂ ਨੂੰ ਅੱਗੇ ਵਧਾ ਰਹੇ। ਜਿਹੜੇ 5-7 ਨਾਲ ਚੱਲਦੇ ਫਿਰਦੇ ਆ, ਕਿ ਕੱਲ ਨੂੰ ਉਹ ਵੀ ਇਵੇਂ ਹੀ ਕਰਨਗੇ ਜਦੋਂ ਸੱਤਾ ਮੁੱਕ ਗਈ, ਜਦੋਂ ਸੱਤਾ ਦੇ ਸਫ਼ਰ ਚੋਂ ਨਿਕਲ, ਕੀ ਉਹ ਸਾਰੇ ਸੱਤਾ ਲਈ ਸੀਗੇ? ਕੀ ਪੰਜਾਬ ਦੇ ਵਿੱਚ ਅਕਾਲੀ ਦਲ ਡੁੱਬਣ ਜਾ ਰਿਹਾ? ਕਿ ਦੇਸ਼ ਦੇ ਵਿੱਚ ਅਕਾਲੀ ਦਲ ਅਪ੍ਰਸੰਗਿਕ ਹੋ ਗਿਆ? ਇਹ ਹੁਣ ਸਿਰਸਾ ਸਾਹਿਬ ਨੇ ਬਹੁਤ ਸਾਰੇ ਸਵਾਲ ਖੜੇ ਕਰਤੇ ਆ ਜਿਹੜੇ ਵੱਡੀ ਡਿਬੇਟ ਮੰਗਦੇ ਆ। ਪਰ ਇੱਕ ਟਿੱਪਣੀ ਮੈਨੂੰ ਜ਼ਰੂਰ ਦਿਓ ਕਿ ਹੁਣ ਇੱਕ ਵਾਰੀ ਫਿਰ ਰਾਜਨੀਤੀ ਦੇ ਵਿੱਚ ਬਾਦਲ ਕਿਆਂ ਲਈ ਇਹਦੀ ਸਫਾਈ ਦੇਣੀ ਕਿਹੋ ਜਿਹੀ ਹੋਊਗੀ? ਇਹ ਬਹੁਤ ਅਹਿਮ ਆ। ਕੀ ਕਹਿਣਗੇ ਹੁਣ ਇਸ ਮੌਕੇ ਤੇ ਮਨਜਿੰਦਰ ਸਿੰਘ ਸਿਰਸਾ ਨੂੰ? ਕਿਉਂਕਿ ਉਹ ਕਈ ਬੜੇ ਗ੍ਰੇਸਫੁਲ ਹੀ ਰਹੇ ਆ। ਉਹ ਸੁਖਬੀਰ ਸਿੰਘ ਬਾਦਲ ਦੀਆਂ ਸਿਫਤਾਂ ਇੰਨੀਆਂ ਕਰ ਰਿਹਾ, ਸਿਫਤਾਂ ਕਰਕੇ ਬੰਦੇ ਨੂੰ ਬਹੁਤ ਛੋਟਾ ਕਰ ਰਿਹਾ। ਕੀ ਕਹਿੰਦੇ ਹੋ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਸ ਚੀਜ਼ ਨੂੰ ਵੀ ਜਨਤਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਲਈ ਐਕਸਪਲੇਨ ਕਰਨਾ, ਦੇਖੋ ਸਾਨੂੰ ਇਸ ਗੱਲ ਦਾ ਪਤਾ, ਕਿਉਂਕਿ ਰੰਧਾਵਾ ਜੀ ਤੁਸੀਂ ਵੀ ਰਾਜਨੀਤੀ ਨੂੰ, ਸਿਆਸਤ ਨੂੰ ਬਹੁਤ ਨੇੜੇ ਤੋਂ ਜਾਣਦੇ ਹੋ, ਤੇ ਸਾਡੀ ਜਿਹੜੀ ਅੱਖ ਹੁੰਦੀ ਆ ਉਹ ਲਗਭਗ ਸਾਰੀ ਪਾਰਟੀਆਂ ਤੇ ਰਹਿੰਦੀ ਹੈ। ਉਹਨਾਂ ਦੇ ਅੰਦਰ ਕੀ ਚੱਲ ਰਿਹਾ, ਉਹਨਾਂ ਦੇ ਬਾਹਰ ਕੀ ਹੋ ਰਿਹਾ, ਜਿਹੜੀ ਸਿਆਸੀ ਟਿੱਪਣੀਆਂ ਕਰਦੇ ਆ ਉਹਨਾਂ ਦੇ ਮਾਣੇ ਕੀ ਨੇ, ਕੀ ਮਤਲਬ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅੰਦਰ ਖਾਤੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਊਗਾ। ਹਿੰਮਤ ਚਾਹੇ ਉਹਨਾਂ 'ਚ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਕਹਿਣ ਦੀ ਨਾ ਹੋਵੇ, ਲਗਾਤਾਰ ਉਹਨਾਂ ਨੂੰ ਕਹਿੰਦੇ ਹੋਣਗੇ। ਕੱਲ ਮੈਂ ਉਹਨਾਂ ਨੂੰ ਸੁਣ ਰਿਹਾ ਸੀ, ਖੰਨਾ ਤੇ ਅਮਲੋਚ ਸੀ, ਤੇ ਉੱਥੇ ਕਹਿੰਦੇ ਸੀ ਸਾਡੀਆਂ 85 ਸੀਟਾਂ ਆ ਜਾਣੀਆਂ। ਤੇ ਜਦੋਂ 85 ਸੀਟਾਂ ਕਹਿੰਦੇ ਹੋਣਗੇ ਤੇ ਬਹੁਤ ਸਾਰੇ ਕਹਿੰਦੇ ਹੋਣਗੇ ਨਹੀਂ ਜੀ ਤੁਸੀਂ ਘੱਟ ਕਹਿ ਰਹੇ ਹੋ, ਤੁਹਾਡੀਆਂ ਤਾਂ 90 ਆ ਜਾਣੀਆਂ, ਆਪਣੀਆਂ ਤਾਂ ਆਪਾਂ ਤਾਂ ਸਰਕਾਰ ਬਣਾ ਲੈਣੀ ਆ। ਸੋ ਇਸ ਤਰ੍ਹਾਂ ਦੇ ਖੁਸ਼ਾਮਦ ਕਰਨ ਵਾਲੇ, ਇਸ ਤਰ੍ਹਾਂ ਦੇ ਚਾਪਲੂਸ ਜਾਂ ਇਸ ਤਰ੍ਹਾਂ ਦੇ ਰਣਨੀਤੀਕਾਰ ਉਹਨਾਂ ਨੂੰ ਲਗਾਤਾਰ ਇਸ ਹੌਸਲੇ 'ਚ ਰੱਖਦੇ ਹੋਣਗੇ। ਤੇ ਕਈ ਵਾਰੀ ਜਦੋਂ ਤੁਸੀਂ ਜਨਤਾ ਨਾਲ ਡਾਇਰੈਕਟ ਰਾਬਤਾ ਤੁਹਾਡਾ ਕੱਟ ਜਾਂਦਾ, ਉਹਨਾਂ ਦੇ ਨਾਲ ਤੁਹਾਡੀ ਕਮਿਊਨੀਕੇਸ਼ਨ ਕਿਸ ਤਰ੍ਹਾਂ ਕੱਟ ਜਾਂਦੀ ਹੈ, ਤੇ ਫਿਰ ਤੁਸੀਂ ਉਸੇ ਇਸ ਤਰ੍ਹਾਂ ਦੇ ਭਰਮ 'ਚ ਰਹਿਣ ਲੱਗ ਜਾਂਦੇ ਹੋ ਕਿ ਵਾਕਿਆ ਤੁਸੀਂ ਤਾਂ ਜਿੱਤ ਰਹੇ ਹੋ। ਸੋ ਇਸ ਕਰਕੇ ਇਸ ਮਨਜਿੰਦਰ ਸਿੰਘ ਸਿਰਸਾ ਦੀ ਇਸ ਬਿਆਨ ਨੂੰ ਕੱਟਣਾ ਕੋਈ ਸੌਖਾ ਨਹੀਂ ਹੋਊਗਾ। ਹਾਂ, ਪੋਲੀਟੀਕਲ ਟਿੱਪਣੀਆਂ, ਇੱਧਰ ਉੱਧਰ ਦੀਆਂ ਗੱਲਾਂ ਕਿ ਉਹ ਤਾਂ ਇਰਰੈਲੇਵੈਂਟ ਆ, ਉਹ ਤਾਂ ਕਿਹੋ ਜਿਹੀਆਂ ਗੱਲਾਂ ਕਰ ਰਹੇ, ਉਹ ਤਾਂ ਭਾਜਪਾ ਦੀ ਝੋਲੀ 'ਚ ਬੈਠ ਗਏ ਆ। ਇਹ ਭਾਜਪਾ ਦੇ ਨਾਲ ਇਹੀ ਸ਼੍ਰੋਮਣੀ ਅਕਾਲੀ ਦਲ ਰਿਹਾ। ਇਹਨਾਂ ਨੂੰ ਕੀ ਭਾਜਪਾ ਦੀ ਰਾਜਨੀਤੀ ਪਤਾ ਨਹੀਂ ਹੈ? ਸਾਰਾ ਕੁਝ ਇਹ ਜਾਣਦੇ ਆ। ਤੇ ਭਾਜਪਾ ਚੋਂ ਬੰਦੇ ਇਹਨਾਂ ਵੱਲ ਹੁਣ ਵੀ ਆ ਰਹੇ, ਚਾਹੇ ਅਨਿਲ ਜੋਸ਼ੀ ਹੋਣ, ਤੇ ਕਈ ਬੰਦੇ ਇਸ ਟਾਈਮ ਤਿਆਰੀਆਂ ਕਰਕੇ ਚਾਹੇ ਬੈਠੇ ਵੀ ਕਿਉਂ ਨਾ ਹੋਣ। ਸੋ ਕਹਿਣ ਦਾ ਮਤਲਬ ਹੈ ਇੱਕ ਦੂਸਰੇ ਨੂੰ ਭਲੀ ਭਾਂਤੀ ਜਾਣਦੇ ਆ, ਇੱਕ ਦੂਸਰੇ ਦੀ ਗੱਲਾਂ ਨੂੰ, ਅੰਦਰਲੀਆਂ ਨੂੰ ਸਮਝਦੇ ਆ। ਉਹਨਾਂ ਦੇ ਅਸਲੀ ਮਤਲਬ ਕੀ ਆ, ਪੋਲੀਟੀਕਲ ਮਤਲਬ ਕੀ ਆ, ਉਹਨਾਂ ਨੂੰ ਵੀ ਇਹ ਸਮਝਦੇ ਆ। ਸੋ ਇਸ ਕਰਕੇ ਇਹਨਾਂ ਦੀ ਟਿੱਪਣੀ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ। ਲੇਕਿਨ ਹਾਂ, ਇਹ ਬਹੁਤ ਦਿਲਚਸਪ ਰਹੂਗਾ ਕਿ ਇਸ ਉੱਤੇ ਵੱਖਰੇ ਵੱਖਰੇ ਜਿਹੜੇ ਲੀਡਰ ਆ, ਕਿਉਂਕਿ ਬਹੁਤ ਸਾਰੇ ਲੀਡਰ ਨੂੰ ਪਤਾ ਕਿ ਸਾਡੀ ਗੱਲ ਬਣ ਨਹੀਂ ਰਹੀ, ਤੇ ਇਸ ਸੱਤਾ ਨੂੰ ਦੁਬਾਰਾ ਹਾਸਲ ਕਰਨ ਲਈ ਕਿਸੇ ਤਰ੍ਹਾਂ ਦੀ ਟਿੱਪਣੀਆਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ 'ਚੋਂ ਵੀ ਵੇਖਣ ਨੂੰ ਆਉਣ ਵਾਲੇ ਦਿਨਾਂ 'ਚ ਮਿਲ ਸਕਦੀਆਂ ਜੀ। ਅੱਛਾ, ਮੈਂ ਅੱਗੇ ਵਧਣ ਤੋਂ ਪਹਿਲਾਂ, ਕਿਉਂਕਿ 3 ਅਹਿਮ ਘਟਨਾਵਾਂ ਨੇ। ਇੱਕ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪੰਜਾਬ ਤੇ ਸਰਜੀਕਲ ਸਟ੍ਰਾਈਕ ਕਰ ਰਹੀ ਹੈ, ਭਾਵੇਂ ਮਾਈਨਿੰਗ ਹੋਵੇ, ਸਕੂਲਾਂ ਦਾ ਮਾਮਲਾ ਹੋਵੇ। ਐ ਲੱਗਦਾ ਜਿੱਦਾਂ ਮਹੀਨੇ ਦੇ ਵਿੱਚ ਹੀ ਉਹਨਾਂ ਨੇ ਪੰਜਾਬ ਨੂੰ ਜਿਹੜਾ ਉਹ
ਪ੍ਰੋਪਰ ਤਰੀਕੇ ਨਾਲ ਐਡਰੈਸ ਕਰਨਾ ਹੈ। ਇਹ ਲਗਭਗ ਪੌਣੇ 5 ਸਾਲ ਤੋਂ ਮੁੱਖ ਵਿਰੋਧੀ ਧਿਰ ਸੀ। ਉਹ ਭੂਮਿਕਾ ਜਿਹੜੀ ਕਦੇ ਖਹਿਰਾ ਨੇ ਨਿਭਾ ਕੇ ਇੱਕ ਤਰ੍ਹਾਂ ਨਾਲ ਵਕਤ ਨੂੰ ਫੜਿਆ ਸੀ, ਇੱਕ ਵਜ਼ੀਰ ਦੀ ਬਲੀ ਵੀ ਲਈ ਸੀ, ਮੁੜ ਕੇ ਖਹਿਰਾ ਦੀ ਬਲੀ ਹੋ ਗਈ। ਅੱਜ ਹੁਣ ਦਿੱਲੀ ਤੋਂ ਆ ਕੇ ਇਹ ਸਰਜੀਕਲ ਸਟ੍ਰਾਈਕ ਤੇ ਬਾਕੀ ਚੀਜ਼ਾਂ, ਮੈਂ ਇੱਥੇ ਵੀ ਆਪਾਂ ਗੱਲ ਕਰਨੀ ਕਿ ਪੰਜਾਬ ਦੇ ਐਮਐਲਏ ਜਿੰਨੇ ਕੁ ਬਚੇ ਆ, ਚਾਹੇ ਉਹਨਾਂ ਦੇ ਭਗਵੰਤ ਮਾਨ ਹੈ, ਉਹਨਾਂ ਦੀ ਬਜਾਏ ਰਾਘਵ ਚੱਡਾ ਜਾਂ ਮਨੀਸ਼ ਸਿਸੋਦੀਆ ਨੂੰ ਕਿਉਂ ਕਰਨਾ ਪੈ ਰਿਹਾ? ਦਿੱਲੀ ਤੋਂ ਚਲਾਉਣਗੇ ਪੰਜਾਬ ਨੂੰ, ਇਹ ਬੜਾ ਵੱਡਾ ਸਵਾਲ ਆ। ਉਹ ਚਾਹੁੰਦੇ ਸੁਰਖੀ ਕਿਤੇ ਨਿਕਲੇ, ਕਿਸੇ ਜਗ੍ਹਾ ਤੇ ਸਟ੍ਰਾਈਕ ਹੋਵੇ ਸਾਡੀ, ਕਿਸੇ ਜਗ੍ਹਾ ਤੇ ਅਸੀਂ ਪ੍ਰਸੰਗਕ ਹੋ ਜਾਈਏ, ਰੈਲੇਵੈਂਟ ਹੋ ਜਾਈਏ, ਪੰਜਾਬ ਦੀ ਪੋਲਿਟਿਕਸ ਸਾਡਾ ਜ਼ਿਕਰ ਚੱਲੇ। ਲੇਕਿਨ ਜ਼ਿਕਰ ਥੋੜਾ ਘਟ ਕੇ ਚੱਲ ਰਿਹਾ। ਇਸ ਤੋਂ ਅਗਲੀ ਗੱਲ ਜਿਹੜੀ ਆ ਉਹ ਬਹੁਤ ਅਹਿਮ ਆ ਕਿ ਸਿੱਧੂ ਵੀ ਬਹੁਤ ਕੁਝ ਕਹਿ ਰਿਹਾ। ਕੱਲ 2 ਜਗ੍ਹਾ ਤੇ ਉਹਨਾਂ ਬੜਾ ਭਾਵਪੂਰਤ ਭਾਸ਼ਣ ਦਿੱਤਾ, ਪਰ ਮੈਨੂੰ ਪਹਿਲਾਂ ਵਿਨੋਦ ਦੁਆ ਨੂੰ ਯਾਦ ਕਰਨਾ ਹੈ। ਤੁਸੀਂ ਮਨਪ੍ਰੀਤ ਜੀ ਮੇਰੇ ਨਾਲ ਉਹ ਗੱਲਾਂ ਜ਼ਰੂਰ ਕਰੋ ਜਿੱਥੇ ਆਪਾਂ ਵਿਨੋਦ ਦੁਆ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਯਾਦ ਕਰ ਸਕੀਏ। ਜੀ ਰੰਧਾਵਾ ਜੀ, ਮੈਨੂੰ ਲੱਗਦਾ ਕਿ ਜਦੋਂ ਅਸੀਂ ਵੱਡੇ ਹੋਏ ਆ ਤੇ ਦੂਰਦਰਸ਼ਨ ਜਿਨ੍ਹਾਂ ਨੇ ਦੇਖਿਆ, ਮੈਨੂੰ ਲੱਗਦਾ ਕਿ ਉਹ ਕੋਈ ਇਸ ਤਰ੍ਹਾਂ ਦਾ ਵਿਅਕਤੀ ਨਹੀਂ ਹੋਊਗਾ ਜਦੋਂ ਅੱਧੀ ਰਾਤ ਬੈਠ ਕੇ ਅਸੀਂ ਵਿਨੋਦ ਦੁਆ ਦੀ, ਪ੍ਰਣੌਰ ਰਾਏ ਦੀ, ਇਹਨਾਂ ਦੀ ਜੋੜੀ ਨੂੰ ਦੇਖਦੇ ਹੁੰਦੇ ਸੀ। ਉਸ ਟਾਈਮ ਬੈਲਟ ਬਾਕਸਿਸ ਦੇ ਵਿੱਚ ਠੱਪੇ ਲਾ ਕੇ ਲੋਕ ਵੋਟ ਪਾਉਂਦੇ ਹੁੰਦੇ ਸੀ ਤੇ ਨਤੀਜੇ ਆਉਣ ਨੂੰ ਕਈ ਦਿਨ ਲੱਗ ਜਾਂਦੇ ਸੀ। ਇਹ ਉਹ ਇੱਕ ਚਿਹਰਾ ਇਸ ਟੈਲੀਵਿਜ਼ਨ ਦਾ ਜਿਨ੍ਹਾਂ ਨੇ ਟੈਲੀਵਿਜ਼ਨ ਦੇ ਨਾਲ ਲੋਕਾਂ ਨੂੰ ਜੋੜਿਆ, ਤੇ ਬਹੁਤ ਸਾਰੇ ਪੱਤਰਕਾਰ ਨੇ ਜਿਨ੍ਹਾਂ ਨੇ ਵਿਨੋਦ ਦੁਆ ਨੂੰ ਦੇਖ ਕੇ ਉਹਨਾਂ ਨੇ ਆਪਣੇ ਕੈਰੀਅਰ ਜਿਹੜੇ ਆ ਉਹ ਟੈਲੀਵਿਜ਼ਨ ਰਾਹੀਂ ਸਥਾਪਿਤ ਕੀਤੇ। ਵਿਨੋਦ ਦੁਆ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਡੇਰਾ ਇਸਮਾਈਲ ਖਾਨ ਚੋਂ ਪੈਦਾ ਹੁੰਦੇ ਨੇ ਪਾਕਿਸਤਾਨ ਦੇ ਵਿੱਚ, ਬਾਅਦ ਦੇ ਵਿੱਚ ਰਿਫਿਊਜੀ ਬਣ ਕੇ ਉਹ ਦਿੱਲੀ ਆਉਂਦੇ ਨੇ ਤੇ ਬਹੁਤ ਹੀ ਮਾੜੀ ਸਥਿਤੀ ਦੇ ਵਿੱਚ ਉਹਨਾਂ ਦਾ ਪਰਿਵਾਰ ਆਉਂਦਾ। ਇੱਕ ਪੰਜਾਬੀ ਫੈਮਿਲੀ ਨੂੰ ਉਹ ਬਿਲੋਂਗ ਕਰਦੇ ਸੀ। ਲੇਕਿਨ ਜਿਹੜੀ ਮੇਰੀਆਂ ਗੱਲਾਂ ਉਹਨਾਂ ਦੀਆਂ ਬਾਅਦ ਦੇ ਵਿੱਚ ਟੀਵੀ ਦੇ ਨਾਲ ਸਹਿਜਤਾ ਕੀ ਹੁੰਦੀ ਹੈ, ਕੈਮਰੇ ਦੀ ਅੱਖ ਦੇ ਨਾਲ ਦੇਖ ਕੇ ਲੋਕਾਂ ਤੱਕ ਡਾਇਰੈਕਟਲੀ ਸਿੱਧਾ ਕਿੱਦਾਂ ਪਹੁੰਚਣਾ, ਜੇ ਕੋਈ ਸਿੱਖਣਾ ਸੀ ਤਾਂ ਉਹ ਵਿਨੋਦ ਦੁਆ ਤੋਂ ਕਿੰਨੇ ਸਹਿਜ ਹੁੰਦੇ ਸੀ। ਉਹ ਕਿਸੇ ਕੈਮਰੇ ਦੇ ਅੱਗੇ ਬੈਠ ਕੇ ਕਿੰਨੀਆਂ ਵਧੀਆ ਗੱਲਾਂ, ਔਰ ਨਿਡਰ ਪੱਤਰਕਾਰਿਤਾ ਕੀ ਹੁੰਦੀ ਆ। ਜਿੰਨੇ ਸਿਆਸੀ ਨੇਤਾ ਨੇ ਉਹਨਾਂ ਦੇ ਨਾਲ ਡਾਇਰੈਕਟ ਅੱਖ 'ਚ ਅੱਖ ਪਾ ਕੇ ਉਹਨਾਂ ਨੂੰ ਸਹੀ ਸਵਾਲ ਕਰਨੇ, ਸ਼ਾਲੀਨਤਾ ਵੀ ਪੂਰੀ ਸੀ, ਪੋਲਾਈਟਨੈਸ ਵੀ ਪੂਰੀ ਸੀ, ਲੇਕਿਨ ਸਵਾਲਾਂ ਦੇ ਵਿੱਚ ਹਰ ਤਰ੍ਹਾਂ ਦਾ ਤਰਕ ਵੀ ਸੀ, ਤਿੱਖਾਪਨ ਵੀ ਸੀ, ਲੇਕਿਨ ਕਿਸੇ ਦੇ ਨਾਲ ਉਹਨਾਂ ਨੂੰ ਇਹ ਵੀ ਪਸੰਦ ਸੀ ਸ਼ਿਸ਼ਟਾਚਾਰ ਕੀ ਹੁੰਦਾ ਇਹ ਵੀ ਦੇਖਣਾ। ਤੁਸੀਂ ਇੱਕ ਗੱਲ ਚੀਜ਼ ਦੇਖੋ, ਮੈਂ ਕਿ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਜੋ ਦੂਜੀ ਉਹਨਾਂ ਦੀ ਲਹਿਰ ਆਉਂਦੀ ਆ ਤੇ ਉਹਨਾਂ ਦਾ ਆਪਣੀ ਪਤਨੀ, ਧਰਮ ਪਤਨੀ ਜਿਹੜੀ ਉਹਨਾਂ ਦਾ ਨਾਂ ਸੀ ਪਦਮਾਵਤੀ ਦੁਆ, ਵੈਸੇ ਉਹਨਾਂ ਨੂੰ ਚਿੰਨਾ ਕਰਕੇ ਸਾਰੇ ਜਾਣਦੇ ਸੀ, ਚਿੰਨਾ ਦੁਆ, ਗਾਉਂਦੇ ਬਹੁਤ ਸੋਹਣੇ ਸੀ, ਮੀਮ ਵੀ। ਉਹਨਾਂ ਦੀ ਦੂਸਰੀ ਲਹਿਰ ਦੇ ਵਿੱਚ ਮੌਤ ਹੋ ਗਈ ਸੀ, ਬੜੇ ਇਕੱਲੇ ਰਹਿ ਗਏ ਸੀ ਉਸ ਟਾਈਮ ਵਿਨੋਦ ਦੁਆ ਐਨਡੀਟੀਵੀ ਦੇ ਨਾਲ ਵੀ ਜੁੜੇ ਰਹੇ ਆ ਬਹੁਤ ਲੰਮੇ ਸਮੇਂ ਤੱਕ। ਜਿਹੜੀ ਮੈਂ ਲੇਕਿਨ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਉਹ ਇਹ ਆ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਤੇ ਇੱਕ ਦੇਸ਼ ਧਰੋਹ ਦਾ ਕੇਸ ਦਰਜ ਕਰਾਤਾ ਸੀ। ਹਿਮਾਚਲ ਦੇ ਇੱਕ ਬੀਜੇਪੀ ਦੇ ਲੋਕਲ ਲੈਵਲ ਦੇ ਲੀਡਰ ਸੀ, ਉਹਨਾਂ ਨੇ ਕੇਸ ਦਰਜ ਕਰਵਾਤਾ, ਸੁਪਰੀਮ ਕੋਰਟ ਦੇ ਵਿੱਚ ਗਏ ਤੇ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਕਿਹਾ ਕਿ ਕੀ ਇਸ ਵਿਅਕਤੀ, ਉਹਨਾਂ ਦੇ ਵਿਅਕਤੀਤਵ ਨੂੰ ਦੇਖ ਕੇ ਉਹਨਾਂ ਨੇ ਕਿਹਾ ਕਿ ਇਸ ਵਿਅਕਤੀ ਨੂੰ ਦੇਖੋ ਜਿਨ੍ਹਾਂ ਨੇ ਸਾਰੀ ਉਮਰ ਇੰਨਾ ਵਧੀਆ ਜਰਨਲਿਜ਼ਮ ਕੀਤਾ, ਤੇ ਸੁਪਰੀਮ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਵੀ ਰੋਕ ਲਾਤੀ ਸੀ ਤੇ ਬਾਅਦ ਦੇ ਵਿੱਚ ਉਸ FIR ਨੂੰ ਖਾਰਜ ਵੀ ਕਰ ਦਿੱਤਾ ਸੀ। ਇਹਨਾਂ ਨੂੰ ਹੀ ਪਦਮ ਸ਼੍ਰੀ ਵੀ ਦਿੱਤਾ ਗਿਆ ਤੇ ਇਹਨਾਂ ਨੂੰ ਇੱਕ ਵਾਰੀ ਮਹਾਰਾਸ਼ਟਰ ਦੇ ਵਿੱਚ, ਰੰਧਾਵਾ ਜੀ ਮੈਂ ਮਾਫ ਕਰਨਾ ਤੁਹਾਡਾ ਥੋੜਾ ਸਮਾਂ ਲੈ ਰਿਹਾ ਕਿਉਂਕਿ ਇਹੋ ਜਿਹੀਆਂ ਸ਼ਖਸੀਅਤਾਂ ਜਿਹੜੀਆਂ ਬਾਰ-ਬਾਰ ਪੈਦਾ ਨਹੀਂ ਹੁੰਦੀਆਂ। ਮਹਾਰਾਸ਼ਟਰ ਦੇ ਵਿੱਚ ਰੈੱਡ ਇੰਕ ਅਵਾਰਡ ਇਹਨਾਂ ਨੂੰ ਮਹਾਰਾਸ਼ਟਰ ਦੇ ਪ੍ਰੈਸ ਕਲੱਬ ਦੇ ਵਿੱਚ ਦਿੱਤਾ ਗਿਆ। ਉੱਥੇ ਉਹਨਾਂ ਨੇ ਇੱਕ ਹੀ ਗੱਲ ਕਹੀ ਸੀ ਕਿ ਸਾਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ। ਇੱਕ ਉਹਨਾਂ ਨੇ ਗੱਲ ਕਹੀ ਸੀ ਸਾਡੇ ਵਰਗੇ ਪੱਤਰਕਾਰਾਂ ਲਈ ਕਿ ਕਈ ਵਾਰੀ ਅਸੀਂ ਸੱਤਾ ਦੇ ਨੇੜੇ ਜਾ ਕੇ ਸੱਤਾ ਵਾਲਿਆਂ ਨਾਲ ਗੱਲਬਾਤ ਕਰਕੇ ਕਈ ਵਾਰੀ ਆਪਣੇ ਆਪ ਨੂੰ ਹੀ ਅਸੀਂ ਬਹੁਤ ਤਾਕਤਵਰ ਸਮਝਣ ਲੱਗ ਜਾਂਦੇ ਆ। ਕਹਿੰਦੇ ਆ ਕਿ ਇਹ ਜਿਹੜੀ ਦੂਰੀ ਆ ਸੱਤਾਧਾਰੀਆਂ ਤੋਂ ਕਿੱਦਾਂ ਬਣਾ ਕੇ ਰੱਖਣੀ ਆ, ਉਹਨਾਂ ਨੂੰ ਕਿੱਦਾਂ ਸਹੀ ਸਵਾਲ ਕਰਨੇ ਆ, ਇਹ ਬਹੁਤ ਜ਼ਰੂਰੀ ਆ, ਬਹੁਤ ਲਾਜ਼ਮੀ ਆ। ਸੋ ਇਸ ਤਰ੍ਹਾਂ ਦੇ ਜਿਹੜੇ ਧੁਰੰਦਰ ਲੋਕ ਆ, ਔਰ ਉਹਨਾਂ ਦੀ ਜਿਹੜੀ ਇੱਕ ਹੋਰ ਖੂਬੀ ਸੀ ਭਾਸ਼ਾ ਤੇ ਸ਼ਬਦਾਂ ਦਾ ਚੈਨ ਕਿਸ ਤਰ੍ਹਾਂ ਦਾ ਕਰਨਾ, ਉਹ ਉਹਨਾਂ ਦੀ ਬੜੀ ਮਹਾਰਤ ਸੀ। ਖਾਸ ਤੌਰ ਤੇ ਅੰਗਰੇਜ਼ੀ ਹੋਵੇ, ਪੰਜਾਬੀ ਹੋਵੇ, ਉਰਦੂ ਹੋਵੇ, ਹਿੰਦੀ ਹੋਵੇ, ਕਮਾਲ ਦੀ ਉਹ ਭਾਸ਼ਾ ਦਾ ਚੈਨ ਕਰਦੇ ਸੀ। ਤੇ ਜਦੋਂ ਕਹਿੰਦੇ ਆ ਦਫ਼ਤਰ ਚ ਆਉਂਦੇ ਸੀ ਤੇ ਹਰ ਕਿਸੇ ਨਾਲ ਇੱਕ ਕੁਲੀਗ ਬਣ ਕੇ, ਧਿਰ ਬਣ ਕੇ ਉਹਨਾਂ ਦੇ ਨਾਲ ਰਹਿੰਦੇ ਸੀ। ਬੜੇ ਛੋਟੀ ਉਮਰ 'ਚ, ਸਿਰਫ 67 ਵਰ੍ਹਿਆਂ ਦੀ ਉਮਰ 'ਚ ਉਹ ਚਲੇ ਗਏ ਆ। ਹਜੇ ਵੀ ਸ਼ਾਇਦ ਉਹਨਾਂ ਦੀ ਬਹੁਤ ਕੰਟਰੀਬਿਊਸ਼ਨ, ਬਹੁਤ ਸਾਰਾ ਯੋਗਦਾਨ ਜਰਨਲਿਜ਼ਮ ਨੂੰ ਹੋ ਸਕਦਾ ਸੀ। ਸੋ ਉਹਨਾਂ ਨੂੰ ਸਦਾ ਹੀ, ਔਰ ਖਾਸ ਕਰਕੇ ਟੈਲੀਵਿਜ਼ਨ ਦੇ ਵਿੱਚ, ਔਰ ਇੱਕ ਪ੍ਰੋਗਰਾਮ ਦਾ ਮੈਂ ਜ਼ਰੂਰ ਜ਼ਿਕਰ ਕਰਾਂਗਾ ਜਿਸ ਦਾ ਤੁਸੀਂ ਵੀ ਜ਼ਿਕਰ ਕਰ ਰਹੇ ਸੀ, ਉਹ ਹੈਗਾ ਜ਼ਾਇਕਾ ਇੰਡੀਆ ਦਾ। ਉਹ ਬੜੀ ਦੁਨੀਆ, ਪੂਰੇ ਭਾਰਤ ਦੇ ਵਿੱਚ ਘੁੰਮ ਕੇ ਕਿੱਥੇ ਗੋਲ ਗੱਪੇ ਮਿਲਦੇ ਨੇ, ਕਿੱਥੇ ਭਟੂਰੇ ਮਿਲਦੇ ਨੇ, ਕਿੱਥੇ ਕੁਲਚੇ, ਛੋਟੀ ਛੋਟੀ ਦੁਕਾਨਾਂ ਤੇ ਜਾ ਕੇ ਜਿਸ ਤਰ੍ਹਾਂ ਦਾ ਉਹ ਪ੍ਰੋਗਰਾਮ ਕਰਦੇ ਸੀ,
ਉਹ ਵਾਕਿਆ ਬਹੁਤ ਦੁਨੀਆ ਉਹਨਾਂ ਦੇ ਉਸ ਪ੍ਰੋਗਰਾਮ ਦੀ ਕਾਇਲ ਸੀ, ਬਹੁਤ ਤੱਕ ਦੁਨੀਆ ਦੇ ਨੇੜੇ ਉਹ ਪਹੁੰਚੇ ਉਸ ਪ੍ਰੋਗਰਾਮ ਦੇ ਜ਼ਰੀਏ। ਸੋ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਨਾਲ ਦੀ ਨਾਲ ਜਿਹੜਾ ਉਹ ਇੱਕ ਖਲਾਅ ਪੈਦਾ ਕਰ ਗਏ ਆ, ਇੱਕ ਜਿਹੜਾ ਉਹ ਵੈਕਿਊਮ ਪੈਦਾ ਕਰ ਗਿਆ, ਉਹ ਮੈਨੂੰ ਲੱਗਦਾ ਨਾ ਭਰਨ ਵਾਲਾ। ਆਉਣ ਵਾਲੇ ਸਮਿਆਂ ਦੇ ਵਿੱਚ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਣਗੀਆਂ। ਜੀ ਰੰਧਾਵਾ ਜੀ। ਦੁਆ ਸਾਹਿਬ ਨਾਲ ਮੇਰਾ ਰਿਸ਼ਤਾ ਬੜਾ ਅਜੀਬ ਕਿਸਮ ਦਾ ਸੀ, ਔਰ ਜੀ ਇਹ ਇੱਕ ਐਸਾ ਰਿਸ਼ਤਾ ਸੀ, ਮੈਂ ਥੋੜਾ ਜਿਹਾ ਰਿਵੀਲ ਕਰ ਦਿਆਂ ਕਿ ਦੁਆ ਸਾਹਿਬ ਨੂੰ ਜਦੋਂ ਮੈਂ ਸੋਸ਼ਲ ਮੀਡੀਆ ਤੇ ਸੁਣਨਾ ਪਿਛਲੇ ਦਿਨਾਂ ਦੇ ਵਿੱਚ, ਤੇ ਉਹ ਆਪਣੀ ਲਾਇਬ੍ਰੇਰੀ ਦੇ ਸਾਹਮਣੇ ਕਿਤਾਬਾਂ ਦਾ ਉਹ ਸੈੱਟ ਸੀ, ਤੇ ਉਹ ਬੜੀ ਹਾਂਜੀ ਸਹਿਜਤਾ ਨਾਲ ਟੇਬਲ ਦੇ ਉੱਤੇ ਬੈਠ ਕੇ ਕਿਸੇ ਇੱਕ ਲਾਈਨ ਦੇ ਉੱਤੇ ਪੂਰਾ ਪ੍ਰੋਗਰਾਮ ਕਰਦੇ ਸੀ, 20-20 ਮਿੰਟ ਬੋਲਣਾ। ਤੇ ਮੈਂ ਇੱਕ ਤੋਂ ਵੱਧ ਵਾਰੀ ਕੋਸ਼ਿਸ਼ ਕੀਤੀ ਕਿ ਮੈਂ ਦੁਆ ਸਾਹਿਬ ਵਾਂਗ ਕੋਸ਼ਿਸ਼ ਕਰਾਂ ਗੱਲ ਕਰਨ ਦੀ। ਤੇ ਮੈਂ ਜਦੋਂ ਜੀ 5-4 ਮਿੰਟ 10 ਮਿੰਟ ਦੀ ਰਿਕਾਰਡਿੰਗ ਕਰਕੇ ਦੇਖਣਾ, ਇਹ ਤੁਹਾਡੇ ਲਈ ਦੋਸਤੋ ਅਹਿਮ ਹੋਊਗਾ। ਤੁਸੀਂ ਵੀ ਸਾਰੇ, ਆਪਾਂ ਸਾਰੇ ਲੱਗੇ ਹੀ ਰਹਿੰਦੇ, ਅੱਜ ਕੱਲ ਸਾਰੇ ਹੀ ਚੈਨਲ ਨੇ ਤੁਹਾਡੇ ਕੋਲ, ਜੀ ਫੇਸਬੁੱਕ ਦੇ ਰੂਪ ਦੇ ਵਿੱਚ, ਟਵਿੱਟਰ ਦੇ ਰੂਪ ਦੇ ਵਿੱਚ, ਯੂਟਿਊਬ ਦੇ ਰੂਪ ਚ, ਸਾਰੇ ਸਾਧਨ ਨੇ। ਤੇ ਮੈਂ ਅਸਫਲ ਹੋਇਆ, ਦੁਆ ਨਹੀਂ ਬਣ ਸਕਿਆ ਲਹਿਜੇ ਦੇ ਰੂਪ ਚ। ਮੈਨੂੰ ਲੱਗਿਆ ਕਿ ਗੱਲ ਹੋ ਸਕਦੀ ਹੁੰਦੀ ਹੈ ਕਿ ਕਿਸੇ 10-15 ਮਿੰਟ ਦੇ ਕਿਸੇ ਵੀ ਮੁੱਦੇ ਦੇ ਉੱਤੇ ਇਕੱਲਾ ਬੰਦਾ ਬੋਲ ਸਕਦਾ ਹੈ, ਪਰ ਮੈਂ ਨਹੀਂ ਕਾਮਯਾਬ ਹੋ ਸਕਿਆ। ਦੁਆ ਸਾਹਿਬ ਸੀਗੇ। ਖੈਰ, ਅੱਜ ਅਸੀਂ ਉਹਨਾਂ ਨੂੰ ਇਸ ਮੌਕੇ ਤੇ ਯਾਦ ਕਰ ਰਹੇ ਹਾਂ। ਜਿਹੜੇ ਵੀ ਲੋਕ ਕਿਧਰੇ ਚਲੇ ਗਏ, ਤੁਹਾਡੇ ਸੱਜਣ ਸਨੇਹੀ, ਉਹਨਾਂ ਨੂੰ ਕਦੇ ਕਦੇ ਜ਼ਰੂਰ ਯਾਦ ਕਰਿਆ ਕਰੋ, ਕਿਉਂਕਿ ਇਹ ਦੌੜ ਮੁੱਕਦੀ ਕਦੇ ਨਹੀਂ। ਮੈਂ ਹੁਣ ਸਿੱਧਾ ਆਵਾਂ ਤੁਹਾਡੇ ਕੋਲ। ਬੀਜੇਪੀ ਜਿਨ੍ਹਾਂ ਰਾਜਾਂ 'ਚ ਚੋਣਾਂ ਹੁੰਦੀਆਂ, ਉਹਨਾਂ ਨੂੰ ਪੈਕੇਜ ਦਿੰਦੀ ਆ, ਤੇ ਜੇ ਪੰਜਾਬ ਦੇ ਵੱਲ ਉਹਨਾਂ ਦੀ ਅੱਖ ਖੁੱਲੀ ਆ, ਜਦੋਂ ਅਮਿਤ ਸ਼ਾਹ ਜੀ ਕਹਿੰਦੇ ਵੀ ਸਾਡੀ ਕੈਪਟਨ ਸਾਹਿਬ ਤੇ ਢੀਂਡਸਾ ਸਾਹਿਬ ਨਾਲ ਗੱਲ ਚੱਲਦੀ ਹੈ, ਇਹਦਾ ਮਤਲਬ ਪੰਜਾਬ ਦੀ ਗੱਲ ਚੱਲਦੀ ਹੈ ਬੀਜੇਪੀ 'ਚ। ਤੇ ਜੇ ਜੀ ਉੱਤਰਾਖੰਡ ਦੇ ਵਿੱਚ 18,000 ਕਰੋੜ ਦੀ ਅਨਾਉਂਸਮੈਂਟ ਆ, ਮੈਂ ਆਉਂਦੇ ਦਿਨਾਂ 'ਚ ਦੇਖਾਂ ਕਿ 1.5 ਲੱਖ ਕਰੋੜ ਤੇ ਪੰਜਾਬ ਦਾ ਭਾਈ ਬਣਦਾ ਹੀ ਆ। ਦੇਸ਼ ਦੀ ਖੜਗ ਪੁਜਾ ਰਿਹਾ, ਸਰਹੱਦਾਂ ਦੇ ਉੱਤੇ ਸਾਡੇ ਬੰਦੇ ਮਰੇ ਆ, ਸਰਹੱਦਾਂ ਦੇ ਉੱਤੇ ਲੋਕਾਂ ਨੇ ਨਿੱਠ ਕੇ ਭਾਰਤ ਦਾ ਨਜ਼ਰੀਆ ਪੇਸ਼ ਕੀਤਾ, ਪਾਕਿਸਤਾਨੀਆਂ ਤੇ ਦੂਜਿਆਂ ਨੂੰ ਗਾਹ ਨਹੀਂ ਆਉਣ ਦਿੱਤੇ। ਉਹ ਵੀ ਅੱਜ ਤੱਕ ਯਾਦ ਕਰਦੇ ਆ ਕਿ ਇਹ ਸਰਹੱਦ ਤੋਂ ਕਾ ਲੰਘਿਆ ਨਹੀਂ ਜਾਣਾ, ਭਾਵੇਂ ਪੈਟਨ ਟੈਂਕ ਲਾਈਏ, ਉਹਨਾਂ ਦੇ ਪਿਓ ਲਾਈਏ। ਕੀ ਕਹਿੰਦੇ ਹੋ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ ਇੱਕ ਬਹੁਤ ਹੀ ਮਕਬੂਲ ਨਾਰਾ ਉਹਨਾਂ ਦਾ, ਉਹ ਕਹਿੰਦੇ ਆ ਸਬਕਾ ਸਾਥ ਸਬਕਾ ਵਿਕਾਸ। ਜਦੋਂ ਵੀ ਕਿਤੇ ਚੋਣਾਂ ਹੁੰਦੀਆਂ, ਚਾਹੇ ਉਹ ਬਿਹਾਰ ਦੇ ਵਿੱਚ ਹੋਣ, ਚਾਹੇ ਉਹ ਵੈਸਟ ਬੰਗਾਲ ਦੇ ਵਿੱਚ ਹੋਣ, ਤੇ ਇਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਵੱਡੇ ਲੱਖਾਂ ਕਰੋੜਾਂ ਦੇ ਪੈਕੇਜ ਅਨਾਉਂਸ ਕਰਦੇ ਆ। ਲੇਕਿਨ ਜਦੋਂ ਉਹਨਾਂ ਦੀ ਪਾਰਟੀ ਦੀ ਕਦੇ ਗੱਲ ਨਾ ਬਣੇ ਤੇ ਫਿਰ ਉਹ ਪੈਕੇਜ ਵੀ ਉਸੇ ਤਰ੍ਹਾਂ ਗਾਇਬ ਹੋ ਜਾਂਦੇ ਆ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਉੱਤਰਾਖੰਡ ਦੇ ਵਿੱਚ ਉਹਨਾਂ ਨੇ ਪੈਕੇਜ ਅਨਾਉਂਸ ਕੀਤਾ, ਉੱਥੋਂ ਦੀ ਜਨਤਾ ਨੂੰ ਮਿਲੇ, ਉੱਥੋਂ ਦਾ ਕੁਝ ਭਲਾ ਹੋਵੇ, ਉਹਨਾਂ ਨੂੰ ਨੌਕਰੀਆਂ ਮਿਲਣ, ਬੇਰੁਜ਼ਗਾਰੀ ਉੱਥੋਂ ਦੀ ਦੂਰ ਹੋਵੇ। ਨਾਲ ਦੀ ਨਾਲ ਅਸੀਂ ਪੰਜਾਬ 'ਚ ਵੀ, ਕਿਉਂਕਿ ਚੋਣਾਂ ਤੇ ਬੀਜੇਪੀ ਇੱਥੇ 117 ਸੀਟਾਂ ਲੜਨ ਦੀ ਤਿਆਰੀ ਕਰੀ ਬੈਠੀ ਆ, ਤੇ ਉਹ ਕਹਿੰਦੇ ਕਿ ਇਸ ਤਰ੍ਹਾਂ ਇਸ ਵਾਰੀ ਅਸੀਂ ਬਹੁਤ ਸਾਰੇ ਬੰਦੇ ਉਹ ਆਲਰੇਡੀ ਸ਼੍ਰੋਮਣੀ ਅਕਾਲੀ ਦਲ ਦੇ ਪੱਟ ਕੇ ਵੀ ਲੈ ਗਏ ਆ, ਇੱਥੋਂ ਤੱਕ ਕਿ ਸਾਬਕਾ ਡੀਜੀਪੀ ਨੂੰ ਵੀ ਲੈ ਗਏ ਆ, ਤੇ ਲੱਗਦਾ ਕਿ ਬੜੇ ਸੀਰੀਅਸ ਢੰਗ ਨਾਲ ਉਹ ਚੋਣਾਂ ਲੜਨ ਦੀ ਤਿਆਰੀ 'ਚ ਹੈ। ਨਾਲ ਦੀ ਨਾਲ ਜੇ ਪੰਜਾਬ ਨੂੰ ਵੀ ਪੈਕੇਜ ਦੇ ਤੋਂ, ਜਿਸ ਦੇ ਉੱਤੇ 3 ਲੱਖ ਕਰੋੜ ਦਾ ਕਰਜ਼ਾ, ਤੇ ਸ਼ਾਇਦ ਪੰਜਾਬ ਦੇ ਲੋਕਾਂ ਦਾ ਵੀ ਕੁਝ ਸੁਧਰ ਜੇ, ਇੱਥੋਂ ਦੇ ਲੋਕਾਂ ਨੂੰ ਨੌਕਰੀਆਂ ਮਿਲ ਜਾਣ, ਇੱਥੋਂ ਦੇ ਲੋਕਾਂ ਦੇ ਵਿੱਚ ਸ਼ਾਇਦ ਕੋਈ ਇੰਡਸਟਰੀ ਲੱਗ ਜੇ ਤੇ ਇਹਦਾ ਸੁਧਾਰ ਹੋ ਜੇ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇਸ ਪੰਜਾਬ ਨੂੰ ਸਿਰਫ 13 ਲੋਕ ਸਭਾ ਦੇ ਸੀਟਾਂ ਕਰਕੇ ਨਹੀਂ ਜਾਣਿਆ ਜਾਣਾ ਚਾਹੀਦਾ। ਅਕਸਰ ਬਹੁਤ ਸਾਰੀਆਂ ਕੇਂਦਰ ਸਰਕਾਰਾਂ, ਵੱਡੀਆਂ ਨੈਸ਼ਨਲ ਪਾਰਟੀਆਂ ਪੰਜਾਬ ਨੂੰ ਇਸ ਕਰਕੇ ਇਗਨੋਰ ਕਰ ਦਿੰਦੀਆਂ ਕਿ ਸਿਰਫ ਇੱਥੇ 13 ਲੋਕ ਸਭਾ ਸੀਟਾਂ। ਜਿੰਨੀ ਦੇਰ ਤੱਕ ਅਸੀਂ ਇਹਨੂੰ ਉਹ ਸੂਬਾ ਨਹੀਂ ਦੇਖਦੇ ਜਿੱਥੋਂ ਹਰ ਤਰ੍ਹਾਂ, ਹਰ ਖੇਤਰ ਦੇ ਵਿੱਚ, ਚਾਹੇ ਡਿਫੈਂਸ ਦੇ ਵਿੱਚ ਤੇ ਚਾਹੇ ਐਗਰੀਕਲਚਰ ਦੇ ਵਿੱਚ, ਬਹੁਤ ਭਾਰੀ ਯੋਗਦਾਨ ਇਹ ਛੋਟੇ ਜਿਹੇ ਸੂਬੇ ਦਾ ਰਹਿੰਦਾ, ਤੇ ਸਾਨੂੰ ਸਰਹੱਦ ਦੀ ਮਾਰ ਵੀ ਕਈ ਵਾਰੀ ਝੱਲਣੀ ਪੈਂਦੀ ਆ। ਇਸੇ ਕਰਕੇ ਇੱਥੇ ਵੱਡੀਆਂ ਇੰਡਸਟਰੀਆਂ ਲੱਗਣੀਆਂ ਕਈ ਵਾਰੀ ਮੁਸ਼ਕਲ ਹੋ ਜਾਂਦੀਆਂ। ਕਈ ਇਸ ਤਰ੍ਹਾਂ ਦੇ ਬਹਾਨੇ ਵੀ ਲਾਏ ਜਾਂਦੇ ਆ। ਸੋ ਜ਼ਰੂਰੀ ਆ ਇਸ ਤਰ੍ਹਾਂ ਦੇ ਸਰਹੱਦੀ ਸੂਬੇ ਨੂੰ ਵੀ ਉਹ ਪੂਰੀ ਤਵੱਜੋ ਮਿਲੇ ਜੋ ਬਾਕੀ ਸੂਬਿਆਂ ਨੂੰ ਮਿਲਦੀ ਹੈ। ਜੀ ਰੰਧਾਵਾ ਜੀ। ਮਨਪ੍ਰੀਤ ਜੀ, ਪੰਜਾਬ ਥੋੜੇ ਅਰਸੇ ਬਾਅਦ ਉੱਠਦਾ ਹੈ, ਦਿਖਾਉਂਦਾ ਮੈਂ ਜਿਉਂਦਾ ਅਜੇ। ਕਿਸਾਨੀ ਅੰਦੋਲਨ ਨੇ ਇੱਕ ਵਾਰੀ ਫਿਰ ਇਹ ਦਿਖਾਤਾ ਕਿ ਅਸੀਂ ਹੈਗੇ ਆ ਜੀ। ਮੈਨੂੰ ਲੱਗਦਾ ਕਿ ਹੁਣ ਸਾਡੀ ਗਿਣਤੀ 13 ਨਾਲ ਨਾ ਕੀਤੀ ਜਾਵੇ ਕਿ ਪਾਰਲੀਮੈਂਟ 'ਚ ਬਹੁਤੇ ਰੈਲੇਵੈਂਟ ਨਹੀਂ ਗਏ। ਇੰਨੀਆਂ ਕੁ ਸੀਟਾਂ ਦਾ ਕੀ ਹੁੰਦਾ? ਰੈਲੇਵੈਂਟ ਹੁੰਦੇ ਆ ਜਦੋਂ ਇਹ ਮੂੰਹ ਮੋੜ ਦਿੰਦੇ ਆ ਕਿਸੇ ਵੀ ਗੱਲ ਦਾ। ਇਹਨਾਂ ਨੂੰ ਚੁੱਪ ਰੱਖਣਾ, ਸ਼ਾਂਤ ਰੱਖਣਾ, ਸ਼ਾਇਦ ਮੇਰੇ ਖਿਆਲ ਕੇਂਦਰੀ ਹਾਕਮਾਂ ਨੂੰ ਸਭ ਤੋਂ ਵੱਧ ਵਾਰਾ ਖਾਂਦਾ ਹੋਵੇ। ਤੇ ਭਾਈ, ਸਾਨੂੰ ਚੁੱਪ ਕਰਾਉਣ ਲਈ ਸਾਨੂੰ ਜੀਂਦੇ ਰਹਿਣ ਦਾ ਸਮਾਨ ਤਾਂ ਦਿਓ। ਅੱਤਵਾਦ, ਖਾੜਕੂਵਾਦ, ਟੈਰਰਿਜ਼ਮ, ਜਿਹੜਾ ਮਰਜ਼ੀ ਨਾਂ ਦੇ ਲਓ, ਉਸ ਵੇਲੇ ਦਾ ਚੜਿਆ ਕਰਜ਼ਾ ਅੱਜ ਅਮਰਵੇਲ ਵਾਂਗੂ ਸਾਰੇ ਦੇ ਸਾਰੇ ਪੰਜਾਬ ਦੇ ਉੱਤੇ
ਗੋਲ ਗਲੂੰਡੀ ਪਾ ਗਿਆ, ਇਹਦਾ ਕੋਈ ਹੱਲ ਕੱਢ ਦਿਓ ਭਾਈ, ਤੁਹਾਨੂੰ ਫਰਕ ਨਹੀਂ ਪੈਂਦਾ ਲੱਖ 2-4 ਲੱਖ ਕਰੋੜ ਨਾਲ, ਪਰ ਸਾਡੇ ਬੱਚੇ ਜਿਹੜੇ ਆ ਉਹ ਇੱਥੇ ਟਿਕ ਜਾਣਗੇ, ਸਾਡੀਆਂ ਪੀੜ੍ਹੀਆਂ ਪੰਜਾਬ ਨੂੰ ਜਿਉਂਦਾ ਰੱਖਣਗੀਆਂ। ਦੇਰ ਸਵੇਰ ਤੁਹਾਨੂੰ ਲੋੜਾਂ ਪੈਣੀਆਂ। ਲੱਗੇ ਅਫਗਾਨਿਸਤਾਨ ਦੇ ਮਾਮਲੇ ਨੇ, ਪਰਲੇ ਬੰਨੇ ਚਾਈਨਾ ਤਗੜਾ ਹੋਈ ਜਾਂਦਾ, ਇੱਧਰ ਪਾਕਿਸਤਾਨ ਤੇ ਚਾਈਨਾ ਦੀ ਜੱਫੀ ਬੜੀ ਘੁੱਟਵੀਂ ਆ। ਜਦੋਂ ਕਦੇ ਬਾਰਡਰ ਖੁੱਲਣੇ ਨੇ ਫਿਰ ਹਿੱਕਾਂ ਤਾਂ ਡਹਿਣੀਆਂ ਨੇ ਅੱਗੇ। ਆਖਰ ਜਿਹੜੇ ਅਟੋਮਿਕ ਨੇ ਜਾਂ ਭਾਵੇਂ ਤੁਸੀਂ ਸਵੈ ਚਾਲਕ ਹਥਿਆਰ ਨੇ ਚਲਾਉਣ ਵਾਲੇ ਤਾਂ ਹੱਥ ਹੀ ਹੁੰਦੇ ਨੇ, ਉਹ ਹੱਥ ਹੁੰਦੇ ਨੇ ਤੇ ਜ਼ੋਰ ਹੁੰਦੇ, ਜਜ਼ਬੇ ਹੁੰਦੇ ਨੇ। ਉਹ ਯੋਧੇ ਲੋਕ ਜਿਉਂਦੇ ਰੱਖੋਗੇ, ਜੇ ਮਰ ਗਏ ਤਾਂ ਕਿਹੜੇ ਖਾਤੇ ਚ ਪਾਓਗੇ। ਮੈਂ ਲਾਸਟ ਦੇ ਵਿੱਚ ਕਾਲੀ ਕਾਲੀ ਚ 3-4 ਚੀਜ਼ਾਂ ਤੋਂ ਪੁੱਛਣੀਆਂ। ਇੱਕ ਤਾਂ ਮਮਤਾ ਬੈਨਰਜੀ ਨੂੰ ਲੀਓ ਲਾਉਣ ਤੁਰ ਪਏ ਕਾਂਗਰਸੀ। ਪਹਿਲਾਂ ਤਾਂ ਬੀਜੇਪੀ ਲਾਉਂਦੇ ਸੀ, ਉਹਨੂੰ ਵਿਚਾਰੀ ਨੂੰ ਹਰਾਉਣ ਲਈ ਜ਼ੋਰ ਲਾਤਾ। ਵਿਚਾਰੀ ਸ਼ਬਦ ਮੈਂ ਵਾਪਸ ਲੈ ਲੈਣਾ, ਪਤਾ ਨਹੀਂ ਹੁੰਦਾ ਕੋਈ ਅੱਗੋਂ ਟੱਕਰ ਜੇ ਉਹ ਕਿੱਦਾਂ ਵਿਚਾਰੀ, ਉਹ ਤਾਂ ਸ਼ੇਰ ਨਹੀਂ। ਦੂਜੇ ਬੰਨੇ ਸ਼ਿਵ ਸੈਨਾ ਵਾਲੇ ਸਦਾ ਕਾਂਗਰਸ ਦੇ ਨਾਲ ਮੜਿੱਕਦੇ ਰਹੇ, ਹੁਣ ਸਰਕਾਰ ਚ ਸਾਂਝੀਦਾਰ ਨੇ, ਉਹ ਵੀ ਮਮਤਾ ਬੈਨਰਜੀ ਤੇ ਸਿੱਧਾ ਹਮਲਾ। ਅੱਛਾ, ਖਵਾਜੇ ਦਾ ਗਵਾਹ ਡੱਡੂ, ਕਈ ਚੀਜ਼ਾਂ ਪੰਜਾਬੀ ਦੀਆਂ ਆਉਂਦੀਆਂ ਨੇ। ਤੇ ਨਾਲ ਦੀ ਨਾਲ ਇਲੈਕਸ਼ਨ ਪ੍ਰੋਸੈਸ ਵੀ ਸ਼ੁਰੂ ਹੋ ਰਿਹਾ ਪੰਜਾਬ ਦੇ ਵਿੱਚ। ਚੋਣ ਕਮਿਸ਼ਨਰ ਜਿਹੜੇ ਉੱਤੇ ਕੇਂਦਰ ਵਾਲੇ ਨੇ, ਉਹਨਾਂ ਨੇ ਗੱਲ-ਗੁਲ ਤੋਰੀ ਆ, ਮੀਟਿੰਗ ਕੀਤੀ ਆ, ਤੇ ਇਧਰਲੇ ਬੰਨੇ ਜਮਾ ਜੋੜ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ। ਇੱਕ ਕੁੱਲ ਮਿਲਾ ਕੇ ਪਿਕਚਰ ਜੀ ਬਣਾ ਕੇ ਦੱਸਿਓ ਮੈਨੂੰ, ਕਿਉਂਕਿ ਸਮਾਂ ਕਾਫੀ ਹੋ ਗਿਆ ਜੀ। ਰੰਧਾਵਾ ਜੀ, ਮੈਂ ਛੇਤੀ ਤੁਹਾਨੂੰ ਦੱਸ ਦਿੰਦਾ। ਦੇਖੋ, ਮਮਤਾ ਬੈਨਰਜੀ ਦੀ ਜਿਹੜੀ ਖੁਆਇਸ਼ ਆ ਜਾਂ ਜਿਹੜੀ ਉਹਨਾਂ ਦੀ ਇੱਛਾ ਪ੍ਰਧਾਨ ਮੰਤਰੀ ਤੱਕ, ਕੁਰਸੀ ਤੱਕ ਪਹੁੰਚਣ ਦੀ, ਜਾਂ ਉਹਨਾਂ ਦੀ ਇੱਛਾ ਕਿ ਇੱਥੋਂ ਭਾਰਤੀ ਜਨਤਾ ਪਾਰਟੀ ਨੂੰ ਕੇਂਦਰ ਚੋਂ ਕੱਢਿਆ ਜਾਵੇ, ਉਹ ਮਨਸ਼ਾ ਤਾਂ ਉਹਨਾਂ ਦੀ ਠੀਕ ਆ। ਲੇਕਿਨ ਜਿਹੜਾ ਰਾਹ ਉਹ ਚੁਣ ਰਹੇ ਆ ਕਿ ਕਾਂਗਰਸ ਨੂੰ ਬਾਹਰ ਰੱਖਿਆ ਜਾਵੇ। ਦੇਖੋ, ਕਾਂਗਰਸ ਦੇ ਅਸੀਂ ਕੋਈ ਸਪੋਕਸਪਰਸਨ ਨਹੀਂ ਹੈ, ਲੇਕਿਨ ਮੈਂ ਇੱਕ ਯਥਾਰਥ ਤੁਹਾਨੂੰ ਦੱਸ ਦਿੰਦਾ। ਅੱਜ ਵੀ ਕਾਂਗਰਸ 20% ਵੋਟਾਂ ਲੈ ਕੇ ਪੂਰੇ ਭਾਰਤ ਚੋਂ ਸੰਨ 2019 ਦੇ ਵਿੱਚ ਬੈਠੀ ਹੋਈ ਆ, ਜਦੋਂ ਕਿ ਤ੍ਰਿਣਮੂਲ ਕਾਂਗਰਸ ਦੀਆਂ 4% ਵੋਟਾਂ। ਅੱਜ ਵੀ ਜਿਹੜੀ ਕਾਂਗਰਸ ਆ ਉਹਦੇ ਕੋਲੇ 52 ਸੀਟਾਂ ਨੇ, ਜਦ ਕਿ 196 ਸੀਟਾਂ ਤੇ ਉਹ ਦੂਜੇ ਨੰਬਰ ਤੇ ਆ। ਜੇ ਟੋਟਲ ਲਾ ਲਓ ਤਾਂ 234 543 ਦੇ ਵਿੱਚੋਂ ਉਹ ਡਾਇਰੈਕਟ ਫਾਈਟ ਦੇ ਵਿੱਚ ਆ ਭਾਜਪਾ ਦੇ ਨਾਲ। ਅੱਜ ਵੀ 3 ਸਟੇਟਸ ਦੇ ਵਿੱਚ ਉਹਦੀ ਕਾਂਗਰਸ ਆ, ਤੇ ਮਹਾਰਾਸ਼ਟਰ ਤੇ ਝਾਰਖੰਡ ਦੇ ਵਿੱਚ ਉਹ ਅਲਾਈਅੰਸ ਦੇ ਵਿੱਚ ਉਹਨਾਂ ਦੇ ਨਾਲ ਸਰਕਾਰ ਉਹਨੇ ਬਣਾਈ ਹੋਈ ਆ। ਤਾਮਿਲਨਾਡੂ ਦੇ ਵਿੱਚ ਡੀਐਮਕੇ ਦੇ ਨਾਲ ਕਾਂਗਰਸ ਹੈ। ਸੋ ਇਹਨਾਂ ਸਾਰੀਆਂ ਪ੍ਰਸਥਿਤੀਆਂ ਨੂੰ ਦੇਖਦੇ ਹੋ, ਔਰ 10 ਸੂਬਿਆਂ ਦੇ ਵਿੱਚ ਰੰਧਾਵਾ ਜੀ ਉਹ ਸਿੱਧੀ ਆਪੋਜੀਸ਼ਨ ਹੈ। 10 ਵੱਡੇ ਸੂਬਿਆਂ ਦੇ ਵਿੱਚ ਉਹ ਆਪੋਜੀਸ਼ਨ ਦਾ ਰੋਲ ਨਿਭਾ ਰਹੀ ਹੈ। ਸੋ ਇਸ ਕਰਕੇ ਕਾਂਗਰਸ ਨੂੰ ਜੇ ਤੁਸੀਂ ਬਿਲਕੁਲ ਇਹ ਸਮਝਦੇ ਹੋ ਕਿ ਇਰਰੈਲੇਵੈਂਟ ਹੋਗੀ, ਗੈਰ ਪ੍ਰਸੰਗਿਕ ਹੋਗੀ, ਤਾਂ ਮੈਨੂੰ ਲੱਗਦਾ ਮਮਤਾ ਬੈਨਰਜੀ ਦਾ ਇਹ ਜਿਹੜਾ ਸਮਝਣਾ ਜਾਂ ਉਹਨਾਂ ਦੀ ਸਮਝਾਂ ਜਾਂ ਲੋਕਾਂ ਨੂੰ ਸਮਝਾਉਣਾ, ਇਹ ਕਿਤੇ ਨਾ ਕਿਤੇ ਵਾਜਬ ਨਹੀਂ ਹੈ। ਉਹੀ ਮਮਤਾ ਬੈਨਰਜੀ ਆ ਜਿਹੜੇ ਐਨਡੀਏ ਦੇ ਨਾਲ ਵੀ ਰਹੇ ਆ, ਭਾਜਪਾ ਦੇ ਨਾਲ ਰਹੇ ਆ, ਰੇਲਵੇ ਮੰਤਰੀ ਹੁੰਦੇ ਸੀ। ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸ ਦਿੰਦਾ, ਵਾਜਪਾਈ ਸਰਕਾਰ ਉਹਨਾਂ ਦੇ ਵੇਲੇ, ਤੇ ਮਮਤਾ ਬੈਨਰਜੀ ਦੀ ਉਹਨਾਂ ਦੀ ਖੇਤਰੀ ਜਿਹੜੀ ਸੀ ਮਨਸ਼ਾ ਉਹ ਜਾਗ ਪਈ। ਲੇਕਿਨ ਮਮਤਾ ਬੈਨਰਜੀ ਨੂੰ ਉਦੋਂ ਬੜੀ ਭਾਰੀ ਹਾਰ ਮਿਲੀ ਸੀ, ਨਾਲ ਕਾਂਗਰਸ ਦੇ ਮਿਲ ਕੇ ਇਹਨਾਂ ਨੇ ਚੋਣ ਲੜੀ ਸੀ, ਤੇ ਇਹ ਰੇਲਵੇ ਮੰਤਰਾਲੇ ਛੱਡ ਗਈ ਸੀ। ਜਾਰਜ ਫਰਨਾਂਡਿਸ ਦੇ ਖਿਲਾਫ ਇਹਨਾਂ ਨੇ ਝੰਡਾ ਚੱਕਤਾ ਸੀ, ਤੇ ਫਿਰ ਇਹਨਾਂ ਨੂੰ ਆਪਣਾ ਅਹੁਦਾ ਛੱਡਣਾ ਪਿਆ। ਤੇ ਜਦੋਂ ਬੰਗਾਲ 'ਚ ਹਾਰ ਗਏ ਤੇ ਵਾਪਸ ਆਉਣ ਦੀ ਕੋਸ਼ਿਸ਼ ਕੀਤੀ, ਅਜੀਤ ਪੰਜਾ ਉਦੋਂ ਐਕਸਟਰਨਲ ਅਫੇਅਰਸ ਮਿਨਿਸਟਰ ਸੀ ਟੀਐਮਸੀ ਦੇ, ਤ੍ਰਿਣਮੂਲ ਕਾਂਗਰਸ ਦੇ, ਉਹਨਾਂ ਨੂੰ ਵੀ ਛੱਡਣਾ ਪਿਆ ਸੀ, ਤੇ ਫਿਰ ਇਹਨਾਂ ਨੂੰ ਕੋਈ ਆਉਣ ਨਹੀਂ ਸੀ ਦੇ ਰਿਹਾ। ਵਾਜਪਾਈ ਸਾਹਿਬ ਨੇ ਇਹਨਾਂ ਦਾ ਫਿਰ ਦੁਬਾਰਾ ਕੈਰੀਅਰ ਬਚਾਇਆ, ਤੇ 4 ਮਹੀਨੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਕੈਬਨਿਟ ਮੰਤਰਾਲਾ ਵੀ ਨਹੀਂ ਸੀ ਦਿੱਤਾ। ਅਖੀਰ ਤੇ ਇਹਨਾਂ ਨੂੰ ਕੋਲ ਐਂਡ ਮਾਈਨਸ ਦਾ ਮੰਤਰਾਲਾ ਮਿਲਿਆ ਸੀ, ਮੈਨੂੰ ਅੱਜ ਵੀ ਯਾਦ ਆ। ਸੋ ਮਮਤਾ ਬੈਨਰਜੀ ਕਦੋਂ ਕਿਸ ਦੇ ਨਾਲ ਜਾ ਕੇ ਖੜ ਜਾਂਦੇ। ਇੱਕ ਹੋਰ ਗੱਲ ਮਮਤਾ ਬੈਨਰਜੀ ਤੇ ਜਿਹੜੀ ਆ ਰਹੀ ਆ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਗੌਤਮ ਅਡਾਨੀ, ਤੁਹਾਨੂੰ ਪਤਾ ਹੀ ਆ, ਬੜੇ ਵੱਡੇ ਸਨਅਤਕਾਰ ਨੇ, ਇੰਡਸਟਰੀਅਲਿਸਟ ਨੇ, ਨਰਿੰਦਰ ਮੋਦੀ ਉਹਨਾਂ ਦੇ ਖਾਸ ਨੇ, ਉਹਨਾਂ ਨਾਲ ਮੁਲਾਕਾਤ ਵੀ ਉਹਨਾਂ ਦੀ ਹੁੰਦੀ ਆ। ਤੇ ਠੀਕ ਹੈ, ਜਿਹੜੀ ਇੰਡਸਟਰੀ ਆ ਉਹ ਵੈਸਟ ਬੰਗਾਲ ਦੇ ਵਿੱਚ ਆਉਣੀ ਚਾਹੀਦੀ ਹੈ, ਸ਼ਾਇਦ ਉਹਨਾਂ ਦੀ ਇਹ ਮਨਸ਼ਾ ਹੋਵੇ, ਲੇਕਿਨ ਉਹਨਾਂ ਨੂੰ ਕਿਤੇ ਹਾਸ਼ੀਏ ਤੇ ਜ਼ਰੂਰ ਲਿਆ ਕੇ ਇਸ ਗੱਲ ਲਈ ਖੜਾ ਕੀਤਾ ਕਿ ਉਹ ਭਾਜਪਾ ਦੇ ਨਾਲ ਕਿਤੇ ਆਪਣੀਆਂ ਦੂਰੀਆਂ ਘਟਾ ਰਹੇ ਨੇ। ਜਿੱਥੋਂ ਤੱਕ ਸ਼ਿਵ ਸੈਨਾ ਦੀ ਗੱਲ ਆ, ਤੁਸੀਂ ਦੇਖੋ ਬੜਾ ਉਹਨਾਂ ਦਾ ਸਾਹਮਣਾ ਇੱਕ ਆਪਣਾ ਸਪੋਕਸ ਪਰਸਨ ਦਾ ਉਹਨਾਂ ਦਾ ਪਰਚਾ ਜਿਹ 'ਚ ਲਿਖਦੇ, ਜਿੱਥੇ ਸੰਜੇ ਰਾਉਤ ਆ ਉਹ ਖੁਦ ਲਿਖਦੇ ਆ ਕਿ ਕਾਂਗਰਸ ਨੂੰ ਇੰਨਾ ਘੱਟ ਕਰਕੇ ਨਾ ਜਾਣੋ, ਕਾਂਗਰਸ ਦੇ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਬਹੁਤ ਵਧੀਆ ਲੜਾਈ ਲੜ ਰਹੇ ਨੇ, ਤੇ ਇਹਨਾਂ ਦੇ ਨਾਲ ਲੜ ਕੇ ਲੜਨਾ, ਇਹਨਾਂ ਦੇ ਨਾਲ ਲੱਗ ਕੇ ਰਲ ਕੇ ਲੜਨਾ ਹੀ ਜਿਹੜੀ ਆ ਉਹ ਸਾਨੂੰ ਵਿਰੋਧੀ ਧਿਰਾਂ ਨੂੰ ਤਾਕਤ ਦਿੰਦੀ ਆ। ਸੋ ਇਹ ਸਾਰੇ ਸਮੀਕਰਨਾਂ ਨੂੰ ਦੇਖਦੇ ਹੋਏ, ਔਰ ਮੈਂ ਤੁਹਾਨੂੰ ਇਹ 'ਚ ਵੀ ਦੱਸਦਾ, ਹਜੇ ਤੱਕ ਸ਼ਰਦ ਪਵਾਰ ਹੋਏ ਜਾਂ ਦੂਸਰੀਆਂ ਧਿਰਾਂ, ਉਹਨਾਂ ਨੇ ਵੀ ਕੋਈ ਕਾਂਗਰਸ ਦੇ ਖਿਲਾਫ ਨਹੀਂ ਬੋਲਿਆ। ਲੱਗਦਾ ਕਿ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਤ੍ਰਿਣਮੂਲ ਕਾਂਗਰਸ ਨੂੰ ਆਪਣੀ ਸਟ੍ਰੈਟਜੀ ਦੇ ਵਿੱਚ, ਆਪਣੀ ਰਣਨੀਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਕਰਨਾ ਪਊਗਾ। ਜੀ ਰੰਧਾਵਾ ਜੀ, ਇੰਜ ਲੱਗਦਾ ਵੀ ਪ੍ਰਸ਼ਾਂਤ ਕਿਸ਼ੋਰ ਦਾ ਅਸਰ ਵਾਹਵਾ ਜ਼ਿਆਦਾ ਰੰਗ ਵਿਖਾ ਰਿਹਾ, ਤੇ ਪ੍ਰਸ਼ਾਂਤ ਕਿਸ਼ੋਰ ਬਾਰੇ ਇਹ ਬੇਯਕੀਨੀ ਰਹਿੰਦੀ ਹੈ ਕਿ ਅਗਲੀ ਵਾਰੀ ਕਿੱਥੇ ਵੱਡੀ ਡੀਲ ਹੋ ਗਈ ਤੇ ਉਹ ਉਧਰ ਨੂੰ ਹੋ ਜਾਣ।
ਲੇਕਿਨ ਅਜੇ ਫਿਲਹਾਲ ਉਹਨਾਂ ਦੀਆਂ ਸਿਆਸੀ ਖਾਹਿਸ਼ਾਂ ਵੱਡੀਆਂ ਨੇ ਕਿ ਇਸ ਦੇਸ਼ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਆ ਵੱਡੀ ਦਰਜ ਕਰਾਉਣੀ ਆ, ਤੇ ਉਹ ਚਿਹਰਾ ਮਮਤਾ ਨੂੰ ਲੈ ਕੇ ਚੱਲ ਰਹੇ ਆ, ਜਿਹੜੀ ਵਿਰੋਧੀ ਧਿਰਾਂ ਦੇ ਵਿੱਚ ਇੱਕ ਸਿਆਪੇ ਦੀ ਜੜ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।